किसान लगातार डटे हुए ने, करीब 20-25 दिन हो चले ने, लगातार दिन वध रहे ने पर हल कोई नहीं निकल रहा। लगातार जन समर्थन है जे कहिए वो भी लगातार वध रहा है। लोग ने ਜਿਹੜੇ ਆਪ ਮੁਹਾਰੇ ਹੋ ਕੇ ਦਿੱਲੀ ਬਾਰਡਰ ਪਹੁੰਚ ਰਹੇ ਨੇ। ਕੇਂਦਰ ਨੇ ਫਿਰ ਇੱਕ ਚਿੱਠੀ ਭੇਜੀ ਆ ਕਿ ਆ ਕੇ ਗੱਲਬਾਤ ਕਰੋ। ਕਿਸਾਨਾਂ ਨੇ ਜਦੋਂ ਯੈਸ ਔਰ ਨੋ ਸਾਹਮਣੇ ਰੱਖਤਾ ਸੀ ਤਾਂ ਲੱਗਦਾ ਸੀਗਾ ਕਿ ਸ਼ਾਇਦ ਇਹਦੇ ਵਿੱਚੋਂ ਹੁਣ ਕੇਂਦਰੀ ਕੋਈ ਆਪਦੇ ਵੱਲੋਂ ਫੈਸਲਾ ਸੁਣਾ ਦੂ, ਕਿਉਂਕਿ ਗੱਲਬਾਤ ਵਾਸਤੇ ਕੁਝ ਰਹਿ ਨਹੀਂ ਗਿਆ। ਕਿਸਾਨਾਂ ਨੇ ਪੂਰਾ ਮਸਲਾ ਸਾਹਮਣੇ ਰੱਖਤਾ। ਵਿਨੀਤ ਜੋਸ਼ੀ ਸਾਡੇ ਨਾਲ ਨੇ। ਜੋਸ਼ੀ ਜੀ, ਚਿੱਠੀ ਭੇਜੀ ਆ ਤੋਮਰ ਜੀ ਨੇ, ਤੁਹਾਨੂੰ ਨਹੀਂ ਲੱਗਦਾ ਕਿ ਚਿੱਠੀ ਦੀ ਬਜਾਏ ਯੈਸ ਔਰ ਨੋ 'ਚ ਕੁਝ ਭੇਜ ਦਿੰਦੇ ਸਭ ਤੋਂ ਸੌਖਾ ਕੰਮ ਸੀਗਾ? ਨਾ ਉਹਨਾਂ ਨੂੰ ਬੈਠਣਾ ਪੈਂਦਾ, ਨਾ ਉਹਨਾਂ ਦਾ ਸਮਾਂ ਖਰਾਬ ਹੁੰਦਾ। ਸਾਡੀ ਕੇਂਦਰ ਦੀ ਸਰਕਾਰ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ, ਭਾਰਤੀ ਜਨਤਾ ਪਾਰਟੀ ਸਰਕਾਰ, ਉਹਦੇ ਜਿਹੜੇ ਕ੍ਰਿਸ਼ੀ ਮੰਤਰੀ ਹੈ ਨਰਿੰਦਰ ਸਿੰਘ ਤੋਮਰ ਜੀ, ਉਹਨਾਂ ਨੇ ਹੱਥ ਜੋੜ ਕੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਗੱਲਬਾਤ ਲਈ ਆਉਣਾ ਹੈ, ਕਿਸ ਦਿਨ ਆਉਣਾ ਹੈ, ਕਿਸ ਸਮੇਂ ਆਉਣਾ ਹੈ, ਤੇ ਤੁਹਾਡੀਆਂ ਹੋਰ ਕਿਹੜੀਆਂ ਮੰਗਾਂ ਨੇ ਇਹ ਸਾਨੂੰ ਲਿਖਤੀ ਰੂਪ 'ਚ ਦੇ ਦਿਓ, ਸਾਨੂੰ ਕਨਵੇ ਕਰੋ। ਅੱਜ ਜਿਹੜਾ ਹੈਗਾ ਕੇਂਦਰ ਸਰਕਾਰ ਆਪਣੇ ਕਿਸਾਨਾਂ ਪ੍ਰਤੀ ਇੰਨਾ ਜ਼ਿਆਦਾ ਝੁਕੀ ਹੋਈ ਹੈ ਕਿ ਸਮਾਂ ਔਰ ਡੇਟ ਵੀ ਅੱਜ ਕਿਸਾਨਾਂ ਤੋਂ ਮੰਗਦੀ ਪਈ ਹੈ ਵੀ ਤੁਸੀਂ ਦੱਸੋ ਕਿਸ ਦਿਨ ਤੁਸੀਂ ਗੱਲਬਾਤ ਕਰਨੀ ਹੈ ਨਾ ਜੀ, ਕਿਉਂਕਿ ਲਗਾਤਾਰ ਅੰਦੋਲਨ ਜਦੋਂ ਚੱਲ ਰਿਹਾ ਹੈ, ਕੇਂਦਰ ਵੀ ਇਹ ਗੱਲ ਸਮਝ ਗਿਆ ਕਿ ਜਨ ਸਮਰਥਨ ਜਿਵੇਂ ਜਨ ਅੰਦੋਲਨ ਵੱਧ ਰਿਹਾ ਹੈ ਉਹਦੇ ਬਿਨਾਂ ਹੀਲਾ ਕੋਈ ਨਹੀਂ। ਹੀਲਾ ਕੀ ਹੈ ਕੇਂਦਰ ਕੋਲ? ਹੋਰ ਤਾਂ ਕੋਈ ਹੀਲਾ ਵੀ ਹੈ ਨਹੀਂਗਾ ਹੁਣ। ਇਹ ਦੇਖੋ, ਮੈਂ ਇਸ ਗੱਲ ਤੇ ਕਮੈਂਟ ਕਰਨਾ ਠੀਕ ਨਹੀਂ ਹੋਏਗਾ ਹਿੱਲੇ ਹੈ ਕਿ ਨਹੀਂ ਹੈ, ਪਰ ਮੈਂ ਇਹ ਕਹਿਣਾ ਚਾਹੂੰਗਾ ਨਰਿੰਦਰ ਮੋਦੀ ਜੀ ਦੀ ਕਿਸਾਨ ਪੱਖੀ ਸਰਕਾਰ ਹੈ। ਇਸ ਸਰਕਾਰ ਨੇ ਲਗਾਤਾਰ 6 ਸਾਲ 'ਚ ਕਿਸਾਨਾਂ ਦੇ ਪੱਖਾਂ ਨਿਰਣੇ ਕੀਤੇ ਨੇ। ਇਹ 3 ਬਿੱਲਾਂ ਕਰਕੇ ਨਾ MSP ਰੁਕਦੀ, ਨਾ ਸਰਕਾਰੀ ਖਰੀਦ ਰੁਕਦੀ, ਨਾ ਸਰਕਾਰੀ ਮੰਡੀ ਬੰਦ ਹੁੰਦੀ। ਇਹਨਾਂ ਦੀਆਂ ਪਹਿਲੀਆਂ ਮੰਗਾਂ ਸਾਨੀ ਪ੍ਰਵਾਨ ਕੀਤੀਆਂ ਗਈਆਂ। ਹੁਣ ਇਹਨਾਂ ਨੇ ਅੜੀ ਪਾ ਲਈ, ਇਹਨਾਂ ਨੇ ਰੋਕਾ ਲਾ ਲਿਆ ਤੇ ਕੇਂਦਰ ਸਰਕਾਰ ਨੇ ਲਿਖ ਕੇ ਭੇਜਿਆ ਤੋਮਰ ਸਾਹਿਬ ਨੇ ਕਿ ਤੁਸੀਂ ਦੱਸੋ ਕਦ ਆਉਣਾ ਹੈ, ਕਿਸ ਸਮੇਂ ਆਉਣਾ ਹੈ, ਤੁਹਾਡੀ ਹੋਰ ਮੰਗਾਂ ਕਿਹੜੀਆਂ। ਸੋ ਇਹ ਤਾਂ ਅਸੀਂ ਆਪਣੀ ਜਿਹੜੀ ਹੈਗਾ ਇਸ ਇਸ਼ੂ ਨੂੰ ਰਿਜ਼ੋਲਵ ਕਰਨ ਵਾਸਤੇ ਆਪਣਾ ਹੰਬਲਨੈਸ ਦਿਖਾ ਰਹੇ ਹਾਂ। ਇਹ ਹੰਬਲਨੈਸ ਨਹੀਂ ਜੋਸ਼ੀ ਜੀ, ਦੇਖਿਆ ਜਾਵੇ ਜਿਹੜੀ ਤੁਸੀਂ ਕਿਹਾ ਵੀ ਅੜੀ ਪਾ ਲਈ ਆ, ਅੜੀ ਕਿਸਾਨ ਅੜੀ ਵਾਲੀ ਸ਼ਬਦ ਉਦੋਂ ਯੂਜ਼ ਹੁੰਦੇ ਨੇ ਜਦੋਂ ਕਹਿ ਦਈਏ ਕੋਈ ਗੱਲ ਦਾ ਸਮਝੌਤੇ ਦਾ ਰਾਹ ਨਾ ਨਿਕਲਦਾ ਹੋਵੇ। ਕਿਸਾਨ ਕਹਿੰਦਾ ਇਹ ਕਾਨੂੰਨਾਂ ਤੋਂ ਰੱਦ ਕਰਨ ਤੋਂ ਇਲਾਵਾ ਕੋਈ ਹੱਲ ਹੀ ਨਹੀਂ। ਥੋੜੀ ਮੁਸਕਰਾਹਟ ਜ਼ਰੂਰ ਕਹਿ ਸਕਦੇ ਆਂਗੇ ਕਿ ਤੁਸੀਂ ਕੇਂਦਰ ਦੇ ਪਾਸੋਂ ਇਹ ਗੱਲ ਕਹਿ ਕੇ ਇੱਕ ਮੈਸੇਜ ਜ਼ਰੂਰ ਕਨਵੇ, ਵਾਰੀ-ਵਾਰੀ ਰਿਕੁਐਸਟ ਵੀ ਚਲੋ ਮੰਨ ਲਾਂਗੇ ਤੁਹਾਡੀ ਇਹ, ਪਰ ਆਖਰਕਾਰ ਕਿਸਾਨ ਦੀ ਰਿਕੁਐਸਟ ਕਦੋਂ ਮੰਨੀ ਜਾਊਗੀ? ਕਿਸਾਨ ਵੀ ਵਿਚਾਰਾ ਰਿਕੁਐਸਟ ਹੀ ਕਰ ਰਿਹਾ ਔਖਾ ਹੋ ਕੇ। ਉਹ ਗੱਲ ਪਤਾ ਕੀ ਹੈ, ਅੜੀ ਸ਼ਬਦ ਕਿਉਂ ਹੈ? ਮੈਂ ਫੇਰ ਗੱਲ ਰਿਪੀਟ ਕਰਦਾ, 3 ਬਿੱਲ ਨੇ, 3 ਬਿੱਲਾਂ ਦੇ ਅੰਦਰ MSP ਸਰਕਾਰੀ ਖਰੀਦ ਸਰਕਾਰੀ ਮੰਡੀ ਨਹੀਂ ਰੁਕਦੀ। MSP ਸਰਕਾਰੀ ਖਰੀਦ ਸਰਕਾਰੀ ਮੰਡੀ ਨਹੀਂ ਰੁਕਦੀ ਤੇ ਫਿਰ ਆੜੀ ਕਿਸ ਗੱਲ ਦੀ ਹੈ? ਇਹ 3 ਬਿੱਲਾਂ ਦੀ ਆੜੀ ਕਿਸ ਗੱਲ ਦੀ ਹੈ? ਟਾਈਮ ਨੂੰ ਪਲਾਂਜਾ ਪੈ ਜਾਣਾ ਜਿਹੜਾ, ਜਦੋਂ ਤੁਸੀਂ ਪ੍ਰਾਈਵੇਟ ਮੰਡੀ ਵਾਲਾ ਸਿਸਟਮ ਜਦੋਂ ਸਾਹਮਣੇ ਰੱਖ ਦੇਣਾ, ਜਿਹੜੀ ਸਰਕਾਰੀ ਮੰਡੀਆਂ ਖਤਮ ਹੋ ਗਈਆਂ ਫਿਰ ਉਹਦਾ ਹੱਲ ਕੀ ਨਿਕਲੂਗਾ? ਤੁਸੀਂ ਵੀ ਉਹੀ ਗੱਲ ਬਾਰੀ-ਬਾਰੀ ਦੱਸਣ ਲਈ ਮਜਬੂਰ ਕਰ ਰਹੇ ਹੋ ਨਾ ਤੁਸੀਂ ਜੀ। ਸਰਕਾਰੀ ਮੰਡੀਆਂ ਨਹੀਂ ਖਤਮ ਹੋ ਰਹੀਆਂ, ਝੋਨਾ ਚੱਕਿਆ ਗਿਆ, ਸਰਕਾਰੀ ਮੰਡੀ ਚੱਕਿਆ ਗਿਆ, ਉਹਦੇ 5 ਸਾਲਾਂ ਦਾ ਕੀ ਪਤਾ ਕਿਸੇ ਨੂੰ? ਯਾਰ ਫਿਰ ਤਾਂ ਕੋਈ ਇਲਾਜ ਨਹੀਂ ਹੈ ਨਾ। ਜਾਂ ਤਾਂ ਤੁਸੀਂ ਦੱਸੋ 3 ਬਿੱਲ ਇਹਦਾ ਇਹ ਸੈਕਸ਼ਨ ਜਿਹੜਾ ਹੈ ਸਰਕਾਰੀ ਖਰੀਦ ਸਰਕਾਰੀ ਮੰਡੀ ਤੇ MSP ਬੰਦ ਕਰਦੀ ਹੋਏ ਤਾਂ ਅਸੀਂ ਉਹਨੂੰ ਚੇਂਜ ਕਰ ਲਈਏ। ਉਹ ਕੋਈ ਰੁਕ ਨਹੀਂ ਰਿਹਾ, ਫਿਰ ਚੇਂਜ ਕਿੱਥੋਂ ਕਰੀਏ ਅਸੀਂ? ਨਹੀਂ, ਚੇਂਜ ਕਰਨ ਦੀ ਗੱਲ ਨਹੀਂ। ਜਦੋਂ ਹੁਣ ਉਹਦੇ ਵਿੱਚ ਕਾਨੂੰਨ ਹੈ, ਜੋ ਦੱਸੋ 70% ਤੁਸੀਂ ਖੁਦ ਮੰਨ ਰਹੇ ਹੋ ਵੀ ਅਸੀਂ ਚੇਂਜ ਕਰਨ ਨੂੰ ਤਿਆਰ ਹਾਂ। MSP ਵਾਲੀ ਗੱਲ ਤੇ ਚਲੋ ਤੁਹਾਡੀ ਗੱਲ ਫੁੱਲ ਚੜਾ ਦਿੰਦੇ ਆ। MSP ਦੀ ਗੱਲ ਹੋਵੇ, ਬਾਕੀ ਕਾਨੂੰਨ ਦੀ ਗੱਲ ਹੋਵੇ ਵੀ ਜਿਹੜੀ ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਹੋ, ਹੋਰ ਕਈ ਪੁਆਇੰਟਸ ਨੇ ਜਿਹੜੀ ਸਰਕਾਰ ਮੰਨ ਗਈ ਹੈ ਕਿਸਾਨਾਂ ਤੋਂ। ਜਦੋਂ 70% ਤੁਸੀਂ ਖੁਦ ਕਾਨੂੰਨ 'ਚ ਖਾਮੀ ਮੰਨੀ ਜਾਂਦੇ ਹੋ ਤਾਂ ਫਿਰ ਉਹਦਾ 30% ਕੀ ਰਹਿ ਗਿਆ? ਅਸੀਂ ਕੋਈ ਖਾਮੀਆਂ ਨਹੀਂ ਮੰਨੀਆਂ। 3 ਬਿੱਲਾਂ ਬਦਲ ਨੂੰ ਕਿਉਂ ਤਿਆਰ ਹੋਏ ਫਿਰ? ਭਾਈ 3 ਬਿੱਲਾਂ ਦੇ ਅੰਦਰ ਕੋਈ ਬਦਲ ਨਹੀਂ ਹੋ ਰਹੀ। 3 ਬਿੱਲ ਤਾਂ ਉੱਥੇ ਹੀ ਖੜੇ ਨੇ, ਉਹਨਾਂ ਦੇ ਸਬ ਸੈਕਸ਼ਨ ਉੱਥੇ ਖੜੇ ਨੇ। ਜਿਹੜੀ ਇਹਨਾਂ ਨੇ ਹੋਰ ਮੰਗਾਂ ਕੀਤੀਆਂ ਉਹ ਸਾਰੀਆਂ ਮੰਨੀਆਂ ਜਾ ਰਹੀਆਂ। ਉਹਨਾਂ ਜਿਹੜੀ ਮੰਗਾਂ ਕਰੋਗੇ ਤਾਂ ਹੀ ਮੰਨੀਆਂ ਜਾਣਗੀਆਂ ਨਾ। ਉਸ ਟਾਈਮ MSP ਦੀ ਲਿਖਤੀ ਗਰੰਟੀ ਦੇਣੀ ਹੈ, ਦੇ ਰਹੇ ਆ, ਠੀਕ ਹੈ। ਬਿਜਲੀ ਦਾ ਜਿਹੜਾ ਬਿੱਲ ਹੈ ਉਸ 'ਚ ਸ਼ੋਧ ਕਰਨਾ ਕਰ ਰਹੇ ਆ, ਉਹਦਾ 3 ਬਿੱਲਾਂ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜਾ ਉਹ এনवायरमेंट ਵਾਲਾ ਹੈ 1 ਕਰੋੜ ਵਾਲਾ ਜਿਹੜਾ ਕਹਿੰਦੇ ਨੇ, ਜਿਹੜਾ ਸੁਪਰੀਮ ਕੋਰਟ ਦੇ ਆਰਡਰਾਂ ਤਹਿਤ ਜਿਹੜਾ ਆਰਡੀਨੈਂਸ ਆਇਆ ਉਹ ਤਾਂ ਸ਼ੋਧ ਕਰਨ ਤਿਆਰ ਨੇ, ਉਹਦਾ 3 ਬਿੱਲਾਂ ਨਾਲ ਕੋਈ ਸੰਬੰਧ ਨਹੀਂ ਹੈ ਨਾ। ਸਾਰੀ ਇਹ 3 ਬਿੱਲਾਂ ਨਾਲ ਕੋਈ ਸੰਬੰਧ ਨਹੀਂ ਹੈ ਨਾ ਉਹਦਾ। ਇਹ 3 ਬਿੱਲਾਂ ਕੀ ਸੰਬੰਧ ਹੈ? এনवायरमेंट ਵਾਲਾ ਜਿਹੜਾ ਨया ਆਰਡੀਨੈਂਸ ਹੈ ਉਹ ਅਲੱਗ ਹੈ, ਉਹ 3 ਬਿੱਲਾਂ ਨਾਲ ਤਾਂ ਕੋਈ ਸੰਬੰਧ ਨਹੀਂ ਹੈ। 3 ਬਿੱਲਾਂ ਦੇ ਵਿੱਚ ਹੀ ਤਾਂ ਇਹ ਚੀਜ਼ਾਂ ਨੇ। MSP ਦਾ ਖਤਰਾ ਵੀ 3 ਬਿੱਲਾਂ ਦੇ ਵਿੱਚ ਹੈ ਤੇ ਮੰਡੀ ਦਾ ਵੀ ਖਤਰਾ 3 ਬਿੱਲਾਂ ਦੇ ਵਿੱਚ ਹੈ। ਕਿਹੜੇ ਸੈਕਸ਼ਨ 'ਚ ਖਤਰਾ ਹੈ ਦੱਸ? ਸੈਕਸ਼ਨ ਤੋਂ ਇਲਾਵਾ ਤੁਸੀਂ ਇਹ ਗੱਲ ਦੱਸੋ, ਪ੍ਰਾਈਵੇਟ ਮੰਡੀ ਤੁਸੀਂ ਉਹਨੂੰ ਟੈਕਸ ਫ੍ਰੀ ਕਰ ਰਹੇ ਹੋ ਕਿ ਨਹੀਂ ਕਰ ਰਹੇ? ਵੀ ਉਹਤੇ ਕੋਈ ਟੈਕਸ ਨਹੀਂ ਲੱਗੂਗਾ, ਤੁਹਾਡੀ ਸਰਕਾਰੀ ਮੰਡੀ ਤੇ ਟੈਕਸ ਲੱਗੂਗਾ। ਜੇ ਸਰਕਾਰੀ ਮੰਡੀ ਤੇ ਟੈਕਸ ਲੱਗੂਗਾ ਤਾਂ ਕੱਲ੍ਹ ਨੂੰ ਅਨਾਜ ਉੱਥੇ ਆਟੋਮੈਟਿਕਲੀ ਤੁਸੀਂ 3 ਸਾਲ 4 ਸਾਲ, ਕਿਸਾਨ ਵੀ ਇਹੀ ਗੱਲ ਕਹਿ ਰਿਹਾ ਹੈ ਵੀ ਅਸੀਂ ਆਉਂਦਾ ਭਵਿੱਖ ਦੇਖ ਰਹੇ ਹਾਂ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਹੁਣ ਦੀ ਕਹਿ ਰਹੇ ਹੋ ਵੀ ਹੁਣੀ ਤੱਤੀ ਤੱਤੀ ਖਾ ਲਓ, ਬਾਅਦ ਦਾ ਪਤਾ ਨਹੀਂ ਹੈਗਾ ਵੀ ਉਹ 'ਚ ਠੰਡੀ ਵੀ ਨਾ ਰਹੇ। ਇਸ ਤਰ੍ਹਾਂ ਹੈ ਕਿ ਇੱਕ ਨਾ ਇੱਥੇ ਆਪਣੀ ਜਗ੍ਹਾ ਹੈਗੀ ਹੈ, ਤੁਸੀਂ ਜੇ ਚੱਲ ਜਾਓ ਨਾ ਇੱਥੇ ਆਪਣਾ ਲੁਧਿਆਣੇ ਕੋਲ ਇੱਕ 에ਅਰਟੈਲ ਵਾਲੇ ਨੇ ਫੀਲਡ ਫਰੈਸ਼ ਕਰਕੇ ਪ੍ਰੋਜੈਕਟ ਚਲਾਇਆ ਹੈ। ਲਗਭਗ 20-25 ਸਾਲ ਹੋ ਗਏ ਕੰਟਰੈਕਟ ਫਾਰਮਿੰਗ, ਕਾਰਪੋਰੇਟ ਫਾਰਮਿੰਗ ਕਰਦੇ ਹੋਏ, ਠੀਕ ਹੈ। 25-30 ਸਾਲ ਹੋ ਗਏ। ਇਸ ਤਰ੍ਹਾਂ ਹੀ ਜਿਹੜਾ ਹੈਗਾ ਪੈਪਸੀਕੋ ਵਾਲੇ ਜਿਹੜੇ ਆ, ਇਹਨਾਂ ਦਾ ਢਿੱਲੋਂ ਜਿਹੜਾ ਕਾਂਗਰਸ ਦਾ ਲੀਡਰ ਹੈ, ਉਹਦਾ ਇੱਥੇ ਰਾਜਪੁਰੇ ਕੋਲ ਜਿਹੜਾ ਹੈ ਪ੍ਰੋਜੈਕਟ 25-30 ਸਾਲ ਹੋ ਗਏ ਕੰਟਰੈਕਟ ਫਾਰਮਿੰਗ ਦਾ ਚੱਲਦੇ। ਤੇ ਇਹਨਾਂ ਦੇ ਕੰਟਰੈਕਟ ਫਾਰਮਿੰਗ ਦੇ ਪ੍ਰੋਜੈਕਟ ਚੱਲ ਰਹੇ ਨੇ, ਕਾਰਪੋਰੇਟ ਫਾਰਮਿੰਗ ਚੱਲ ਰਹੀ ਹੈ, ਉਸ 'ਚ ਕੁਛ ਆਇਆ ਨਹੀਂ। ਈਵਨ ਕਾਂਗਰਸ ਦੀ ਗੱਲ ਕਰਦੇ ਹੋ ਨਾ,
2016 ਦੇ ਅੰਦਰ ਕੈਪਟਨ ਸਾਹਿਬ ਨੇ ਇੱਕ ਟਵੀਟ ਕੀਤਾ ਸੀਗਾ ਕਿ ਜਿਹੜਾ ਸੁਖਬੀਰ ਬਾਦਲ ਹੈ ਜਾਂ ਅਕਾਲੀ ਦਲ ਸਰਕਾਰ ਹੈ, ਇਹਨਾਂ ਨੇ ਜਿਹੜਾ ਹੈਗਾ ਰਿਲਾਇੰਸ ਦੇ ਨਾਲ ਕੰਟਰੈਕਟ ਫਾਰਮਿੰਗ ਖਤਮ ਕਰਤੀ ਹੈ। ਖਤਮ ਕਰਨ ਕਰਕੇ ਜਿਹੜਾ ਹੈਗਾ 1.5 ਲੱਖ ਕਿਸਾਨਾਂ ਦਾ ਜਿਹੜਾ ਹੈਗਾ ਉਹ ਨੁਕਸਾਨ ਹੋ ਗਿਆ। ਤੇ ਕੈਪਟਨ ਸਾਹਿਬ ਅੰਬਾਨੀ ਦੇ ਏਜੰਟ ਬਣੇ ਸੀ, ਸਾਡੇ ਟਾਈਮ 'ਚ ਕਦੀ ਆਈ ਨਹੀਂ। ਹੁਣ ਵੀ ਕਿਹੜਾ ਅਡਾਨੀ ਕੈਪਟਨ ਸਾਹਿਬ ਬਣ ਗਏ, ਤੁਸੀਂ ਵੀ ਬਣਨਾ। ਅਸੀਂ ਕਿੱਥੇ ਬਣੇ? ਅਡਾਨੀ ਬਾਨੀ ਕਿਹੜਾ ਕਣਕ ਖਰੀਦ ਰਿਹਾ, ਕਿਹੜੇ ਚਾਵਲ ਖਰੀਦ ਰਿਹਾ? ਕੋਈ ਨਹੀਂ ਖਰੀਦ ਰਿਹਾ। ਕਿਉਂ ਉਹਨਾਂ ਦੇ ਪ੍ਰੋਜੈਕਟ ਨਹੀਂ ਆਉਣਗੇ? ਇਹ ਤੁਸੀਂ ਕਿਵੇਂ ਸ਼ੋਰ ਕਰ ਸਕਦੇ ਹੋ? ਹੈ ਕਿੱਥੇ ਹੁਣ ਤੱਕ ਕਿਹੜਾ ਪ੍ਰੋਜੈਕਟ ਅਡਾਨੀ ਬਾਨੀ? ਸੈਲੋ ਨਹੀਂ ਲਾ ਰਿਹਾ, ਸੈਲੋ ਨਹੀਂ ਚੱਲ ਰਹੇ ਉਹਦੇ ਹੈਗੇ। ਦਾ ਰਿਸ਼ਤਾ ਕੀ ਹੈ? ਸੈਲੋ ਦਾ ਕੰਮ ਕੀ ਹੈ? ਕੰਮ ਉਹਦਾ ਬੇਸ਼ੱਕ ਸੈਲੋ ਦਾ ਕੰਮ ਅੱਜ ਸਟੋਰੇਜ ਦਾ ਹੈ, ਕੱਲ ਨੂੰ ਅਗਲਾ ਕਰ ਵੀ ਲਊਗਾ। ਯਾਰ ਸਟੋਰੇਜ ਦਾ ਕੰਮ ਹੈ, ਹੁਣ ਇਹ ਤਾਂ ਕੱਲ ਨੂੰ ਕੋਈ ਕਰੂਗਾ, ਛੱਡੋ ਨਾ। ਹੁਣ ਇਹਦਾ ਕੋਈ ਇਲਾਜ ਨਹੀਂ, ਕੱਲ ਕੀ ਹੋਊਗਾ। ਅੱਜ ਇਸ ਕਾਨੂੰਨ ਦੇ ਅੰਦਰ ਕਿੱਥੇ ਹੈਗਾ ਉਹ ਲਿਖ ਕੇ ਦੱਸੋ, ਕਿਤੇ ਨਹੀਂ ਹੈਗਾ। ਤੁਸੀਂ ਇੰਨੀ ਵਧੀਆ ਉਦਾਹਰਨਾਂ ਦਿੱਤੀਆਂ, ਇੰਨੀ ਵਧੀਆ। ਇੱਕ ਉਦਾਹਰਨ ਤੁਹਾਨੂੰ ਮੈਂ ਵੀ ਦੱਸਦਾ ਨਾ, ਸਾਨੂੰ ਵੀ ਕਿਸੇ ਬੰਦੇ ਨੇ ਇੰਟਰਵਿਊ ਕਰਦੀ ਉਦਾਹਰਨ ਸੁਣਾਈ ਸੀਗੀ। ਉਦਾਹਰਨ ਦੇ ਵਿੱਚ ਇਹ ਗੱਲ ਕਹੀ, ਕਹਿੰਦੇ ਥੰਬਸ ਅਪ ਹੁੰਦੀ ਸੀ ਕਿਸੇ ਸੈਮ, ਪੈਪਸੀ ਆਈ, ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਸਸਤੀ ਕਰਕੇ ਵੇਚੀ, ਲੋਕਾਂ ਨੇ ਹੌਲੀ ਹੌਲੀ ਥੰਬਸ ਅਪ ਛੱਡਤੀ। ਹੁਣ ਥੰਬਸ ਅਪ ਕਿੱਥੇ ਹੈ ਤੇ ਪੈਪਸੀ ਕਿੱਥੇ ਹੈ ਤੇ ਲਈ ਕਿਨੇ ਉਹ ਤੁਹਾਨੂੰ ਵੀ ਪਤਾ ਹੋਊਗਾ, ਮੈਨੂੰ ਦੱਸਣ ਦੀ ਲੋੜ। ਤੇ ਇਸੇ ਤਰ੍ਹਾਂ ਦੀਆਂ ਜੇ ਉਦਾਹਰਨਾਂ ਤੁਸੀਂ ਦੱਸ ਰਹੇ ਹੋ ਤਾਂ ਇਹ ਕਿਸਾਨਾਂ ਦੀ ਉਦਾਹਰਨਾਂ ਨੇ ਜਿਹੜੀ ਮੈਂ ਦੱਸ ਰਿਹਾ। ਇਹ ਦੱਸੋ ਮੈਨੂੰ, ਇਹ ਸਮਝਾਓ, ਕਿਸਾਨੀ ਜਿਹੜੀ ਹੈ 1962 ਚ ਐਮਐਸਪੀ ਸ਼ੁਰੂ ਹੋਈ ਸੀ, ਤਦ ਤੱਕ ਕਾਂਗਰਸ ਦੀ ਸਰਕਾਰ ਸੀਗੀ, ਸਾਡੀ ਸਰਕਾਰ ਤਾਂ ਨਹੀਂ ਸੀਗੀ। 1962 ਤੋਂ ਲੈ ਕੇ ਜਦ ਤੱਕ 6 ਸਾਲ ਤੱਕ ਸਾਡਾ ਰਾਜ ਨਹੀਂ ਆਇਆ, ਉਸ ਤੋਂ ਪਹਿਲੇ ਤੱਕ ਜਿਹੜਾ ਕਿਸਾਨੀ ਦਾ ਹਾਲ ਹੈ ਜਿਹੜਾ ਹੋਇਆ ਹੈ ਉਹ ਪ੍ਰੈਜ਼ੈਂਟ ਦੂਸਰੇ ਪਾਸੇ ਇੱਕ ਚੀਜ਼ ਹੋਰ ਦੱਸੋ। ਮੇਰੀ ਗੱਲ ਖਤਮ ਹੋ ਲੈਣ ਦਿਓ ਵੀ 1962 ਤੋਂ ਐਮਐਸਪੀ ਚੱਲਦੀ ਪਈ ਹੈ। 1962 ਤੋਂ ਕਿਸਾਨੀ ਜਿਹੜੀ ਅਲੱਗ-ਅਲੱਗ ਕਨਸੈਸ਼ਨ ਰੂਪ ਚੱਲਦੀ ਪਈ ਹੈ। ਅੱਜ ਕਿਸਾਨੀ ਦਾ ਇੰਨਾ ਬੁਰਾ ਹਾਲ ਹੋ ਗਿਆ ਕਿ ਕਿਸਾਨ ਜਿਹੜੇ ਹੈ ਸੁਸਾਈਡ ਕਰ ਰਹੇ ਨੇ। ਤੇ 6 ਸਾਲ ਤੋਂ ਸਾਡੀ ਸਰਕਾਰ ਆਈ ਹੈ ਨਾ, ਉਸ ਤੋਂ ਪਹਿਲੇ ਤਾਂ ਨਹੀਂ ਸੀ। ਉਸ ਤੋਂ ਪਹਿਲੇ ਜਿਹੜਾ ਕਿਸਾਨੀ ਦਾ ਬੁਰਾ ਹਾਲ ਸੀਗਾ ਉਹਦੇ ਲਈ ਜ਼ਿੰਮੇਵਾਰ ਕੌਣ ਸੀਗਾ? ਇਹ ਕਾਨੂੰਨ ਜਿਹੜੇ ਪੁਰਾਣੇ ਚੱਲਦੇ ਸੀਗੇ। ਤੁਸੀਂ ਇੰਨੇ ਪੁਰਾਣੇ ਜਾਣਦੇ, ਮੈਂ ਕਹਿੰਦਾ ਦੇਖੋ ਜੋਸ਼ੀ ਜੀ, ਤੁਸੀਂ ਸੋਧ ਕਰ ਰਹੇ ਹੋ, ਸਹੀ ਹੈ, ਤੁਸੀਂ ਸੋਧ ਕਰੋ। ਜਿਹੜੀ ਕਿਸਾਨ ਨੂੰ ਨਾਲ ਬਿਠਾ ਕੇ ਤਾਂ ਕਰ ਲਓ ਨਾ ਸੋਧ। ਤਾਂ ਤੁਸੀਂ ਇਹੋ ਜਿਹੀ ਕਰਤੀ, ਕਿਸਾਨ ਤਾਂ ਨਾਲ ਦੀ ਨਾਲ ਹਾਹਾ ਕਰਦੇ ਸੜਕਾਂ ਤੇ ਨਿਕਲ ਪਏ। ਇੰਨੇ ਲੱਖ ਕਿਸਾਨ ਕੋਈ ਨਹੀਂ ਨਿਕਲਿਆ ਸੜਕਾਂ ਤੇ, ਪੂਰਾ ਸੁਣਨਾ, ਪੂਰੇ ਦੇਸ਼ ਦਾ ਕਿਸਾਨ ਨਹੀਂ ਨਿਕਲਿਆ। ਇਹ ਇਕੱਲਾ ਪੰਜਾਬ ਦਾ ਕਿਸਾਨ ਹੈ, ਪੰਜਾਬ 'ਚ ਵੀ ਪੂਰੀ ਮੈਜੋਰਟੀ ਨਹੀਂ ਹੈ। ਹਰਿਆਣਾ ਦਾ ਕਿਸਾਨ ਪੂਰਾ ਨਾਲ ਨਹੀਂ ਹੈ। ਪੰਜਾਬ 'ਚ ਕਿਵੇਂ ਕਹਿ ਸਕਦੇ ਹੋ ਮੈਜੋਰਟੀ ਨਹੀਂ? ਲੋਕ ਸੜਕਾਂ ਤੇ ਲਗਾਤਾਰ ਜਿਹੜੇ ਸ਼ਹਿਰੀ ਨੇ ਉਹ ਵੀ ਸਮਰਥਨ ਕਰਨ ਆ ਗਏ ਨੇ। ਤੁਸੀਂ ਪਿਛਲੀ ਵਾਰ ਕਿਹਾ ਕਿਸਾਨ ਅੰਨਦਾਤਾ ਤੇ ਸਵਾਲ ਖੜਾ ਕਰਤਾ ਸੀ। ਇਹ ਜਿਹੜੇ ਕਿਸਾਨ ਜਥੇਬੰਦੀ ਸਮਰਥਕ ਲੋਕ ਨੇ ਨਾ, ਇਹਨਾਂ ਕੋਲ ਕੋਈ ਤਰਕ ਨਹੀਂ ਹੈ। ਤੁਸੀਂ ਆਪਣੀ ਫੇਸਬੁੱਕ ਦੇ ਵਿੱਚ ਤੁਹਾਡਾ ਚੱਲਦਾ ਨਾ ਵੀਡੀਓ, ਪੜ੍ਹ ਲਿਆ ਕਰੋ। ਥੱਲੇ ਕੋਈ ਤਰਕ ਨਾਲ ਜਵਾਬ ਨਹੀਂ ਦਿੰਦੇ, ਮਾਂ ਭੈਣ ਦੀ ਗਾਲਾਂ ਕੱਢਦੇ ਨੇ। ਤੇ ਭਰਾਵਾਂ ਨੇ ਕੋਈ ਤਰਕ ਹੀ ਨਹੀਂ ਹੈ। ਤੇ ਜੇ ਤੁਸੀਂ ਮਾਹੌਲ ਉਹ ਗੁੱਸਾ ਹੋ ਸਕਦਾ ਲੋਕਾਂ ਦਾ, ਗੁੱਸਾ ਨਹੀਂ, ਤਰਕ ਤਾਂ ਦਿਓ ਨਾ। ਮੈਂ ਇੱਕ ਗੱਲ ਕਹਿ ਰਿਹਾ, ਤੁਸੀਂ ਲਿਖਤੀ ਤਰਕ ਦਿਓ, ਥੱਲੇ ਤਰਕ ਦਿਓ। ਤਰਕ ਤਾਂ ਤੁਹਾਡੇ ਕੋਲ ਹੈ ਨਹੀਂ। ਤੈਨੂੰ ਚੱਕ ਲਾਂਗੇ, ਤੈਨੂੰ ਮਾਰ ਦਾਂਗੇ, ਬੀਜੇਪੀ ਫਲਾਣਾ, ਮਾਂ ਭੈਣ ਦੀ ਗਾਲਾਂ, ਗੱਲ ਹੈ ਕੋਈ? ਇਹਦਾ ਮਤਲਬ ਕੋਈ ਤਰਕ ਹੀ ਨਹੀਂ ਹੈ ਇਹਨਾਂ ਕੋਲ ਦੇਖਿਆ ਜਾਵੇ। ਪਰ ਜਿਹੜੀ ਗੱਲ ਤੁਸੀਂ ਇਹ ਗੱਲ ਕਹਿ ਰਹੇ ਹੋ ਲਗਾਤਾਰ, ਤੁਹਾਡੀ ਬੋਲਬਾਣੀ ਤੋਂ ਜਾਂ ਤੁਹਾਡੇ ਜਿਸ ਤਰ੍ਹਾਂ ਦੇ ਬਿਆਨ ਨੇ, ਹਾਲਾਂਕਿ ਤੁਸੀਂ ਵੀ ਚਲੋ ਕਾਨੂੰਨ ਸਮਝਾ ਰਹੇ ਹੋ, ਉਹ ਥੋੜਾ ਜਿਹਾ ਹੋ ਸਕਦਾ ਵੀ ਤਿੱਖੇ ਲਿਹਾਜ਼ੇ 'ਚ ਹੋਗੇ, ਪਰ ਕੀ ਮੰਨਿਆ ਜਾਵੇ? ਹੁਣ ਤੋਮਰ ਜੀ ਨੇ ਚਿੱਠੀ ਭੇਜੀ ਆ ਤੁਹਾਡਾ ਦੇ ਵਿੱਚੋਂ, ਜੇ ਬੀਜੇਪੀ ਦੀ ਝਲਕ ਜਾਂ ਤੋਮਰ ਜੀ ਦੀ ਝਲਕ ਦੇਖੀ ਜਾਵੇ ਜੋਸ਼ੀ ਜੀ, ਲੱਗਦਾ ਨਹੀਂ ਮਸਲਾ ਹੱਲ ਹੋਊਗਾ? ਦੇਖੋ ਗੱਲ ਹੈ, ਕੇਂਦਰ ਸਰਕਾਰ ਮਸਲਾ ਹੱਲ ਕਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਹੱਥ ਜੋੜ ਕੇ ਖੜੀ ਹੈ, ਹੱਥ ਜੋੜ ਕੇ ਬੇਨਤੀ ਕਰਦੀ ਪਈ ਹੈ। ਸਾਡੇ ਜੈਨੀ ਸਾਹਿਬ ਕਰ ਰਹੇ ਹੈ, ਗਰੇਵਾਲ ਸਾਹਿਬ ਕਰ ਰਹੇ, ਸਾਰੇ ਬੇਨਤੀਆਂ ਦੇ ਨਾਲ ਜਿਹੜਾ ਪ੍ਰਸ਼ਾਦ ਤੁਸੀਂ ਦੇ ਰਹੇ ਹੋ ਉਹ ਕਿਤੇ ਉਹ ਜਾਇਜ਼ ਹੈ? ਐਡੀ ਤਿੱਖੀ ਭਾਸ਼ਾ ਜੋਸ਼ੀ ਜੀ, ਜਦੋਂ ਕਿਸੇ ਨਾਲ ਸਮਝੌਤਾ ਕਰਨ ਜਾਂਦੇ ਨਾ, ਕਹਿੰਦੇ ਬੰਦਾ ਢਿਆਲਾ ਹੋ ਕੇ ਕਹਦੇ ਨਾ ਵੀ ਯਾਰ ਕੋਈ ਗੱਲ ਨਹੀਂ, ਮੈਂ ਤੇਰੀ ਗੱਲ ਮੰਨ ਲਾ ਨਾ, ਉੱਥੇ ਮਸਲੇ ਖਤਮ ਹੋ ਜਾਂਦੇ। ਤੁਸੀਂ ਨਾਲ ਤਾਂ ਇਹੀ ਗੱਲ ਕਹਿ ਰਹੇ ਹੋ ਵੀ ਕਿਸਾਨ ਆ ਕੇ ਸਾਨੂੰ ਦੱਸਦੇ, ਅਸੀਂ ਮਸਲੇ ਦਾ ਹੱਲ ਕਰ ਲੈਂਦੇ ਆ। ਨਾਲ ਤੁਸੀਂ ਹੁਣ ਸਵਾਲ ਖੜਾ ਕਰਤਾ, ਕਹਿੰਦੇ ਪੂਰੇ ਦੇਸ਼ ਦਾ ਕਿਸਾਨ ਨਹੀਂ ਹੈਗਾ ਜੀ, ਪੰਜਾਬ ਦੇ ਕਿਸਾਨ ਜਿੰਨੇ ਵੀ ਗਏ ਨੇ ਉਨੀ ਮੰਨ ਲਓ। ਅਲੱਗ-ਅਲੱਗ ਕਿਸਾਨਾਂ ਦਾ ਜੇ ਮਸਲਾ ਕਰੋਗੇ ਤੇ ਪੂਰੇ ਦੇਸ਼ ਦਾ ਕਿਸਾਨ ਨਾਲ ਨਹੀਂ ਹੈ, ਠੀਕ ਹੈ? ਇਹ ਪੰਜਾਬ ਦੇ ਕਿਸਾਨ ਮੈਕਸਿਮਮ ਲੱਗੇ ਨੇ ਜਾਂ ਹਰਿਆਣਾ ਦੇ ਕੁਝ ਕਿਸਾਨ ਨੇ, ਥੋੜੇ ਬਹੁਤ यूपी ਦੀ ਜਥੇਬੰਦੀਆਂ ਨੇ। ਕਿਸਾਨ ਨਹੀਂ ਹੈ, ਮੈਂ ਫਿਰ ਦੁਬਾਰਾ ਕਹਿ ਰਿਹਾ। ਰਾਜਸਥਾਨ ਦਾ ਕਿਸਾਨ ਨਹੀਂ ਹੈ, ਹਿਮਾਚਲ ਦਾ ਕਿਸਾਨ ਨਹੀਂ ਹੈ, ਜੰਮੂ ਕਸ਼ਮੀਰ ਦਾ ਕਿਸਾਨ ਨਹੀਂ ਹੈ, ਉੱਤਰਾਖੰਡ ਦਾ ਕਿਸਾਨ ਨਹੀਂ ਹੈ। ਬਲਵੀਰ ਰਾਜੇਵਾਲ, ਲੱਖੋਵਾਲ, ਕੌਣ ਨੇ ਉਹ ਲੋਕ? ਉਹ ਬਈ ਪੰਜਾਬ ਦੇ, ਮੈਂ ਕਹਿ ਤਾਂ ਰਿਹਾ, ਪੰਜਾਬ ਦੇ ਕਿਸਾਨ ਨੇ। ਹਰਿਆਣਾ ਦੇ ਕਿਸਾਨ ਵੀ ਪੂਰੇ ਨਹੀਂ ਹੈ, ਪੰਜਾਬ ਦੇ ਅੰਦਰ ਵੀ ਕਿਸਾਨ ਪੂਰਾ ਨਹੀਂ ਹੈ। ਮਾਝੇ ਦੁਆਬੇ ਦੇ ਅੰਦਰ ਕਿੰਨੇ ਕਿਸਾਨ ਇਸ ਪਾਸੇ ਗਏ, ਇਹ ਵੀ ਤੁਸੀਂ ਚੈੱਕ ਕਰਕੇ ਦੇਖ ਲਓ। ਕਿਉਂਕਿ ਪੰਜਾਬ ਦੇ ਕਿਸਾਨ ਨਹੀਂ ਤਾਂ ਫਿਰ ਹਰਿਤ ਕ੍ਰਾਂਤੀ ਲਿਆਂਦੀ ਨਾ। ਪੰਜਾਬ ਦੇ ਕਿਸਾਨ ਨਹੀਂ, ਜਿਹੜਾ ਪੂਰੇ ਜਿਹੜੇ ਤੁਹਾਡੇ ਅੰਨ ਭੰਡਾਰ ਭਰੇ ਨੇ, ਜਿਹੜੀ ਅੱਜ ਕੱਲ ਕਹੀ ਜਾਂਦੇ ਹੋ ਵੀ ਕੋਈ ਲੋੜ ਨਹੀਂ ਹੈਗੀ ਜੇ ਸਾਡੇ ਕੋਲ ਨਹੀਂ ਆਊਗਾ। ਬਿਜਲੀ ਫ੍ਰੀ, ਪਾਣੀ ਫ੍ਰੀ, ਯੂਰੀਆ ਤੇ ਸਬਸਿਡੀ, ਬੀਜਾਂ ਤੇ ਸਬਸਿਡੀ, ਖਾਦ ਤੇ ਸਬਸਿਡੀ, ਟਰੈਕਟਰ ਪਾਸ ਤੇ ਸਬਸਿਡੀ, ਟਰੈਕਟਰਾਂ ਤੇ ਸਬਸਿਡੀ, ਤੁਸੀਂ ਹਰ ਜਗ੍ਹਾ ਤੇ ਸਬਸਿਡੀ ਦਿੱਤੀ ਹੈ। ਕਿਸਾਨਾਂ ਨੂੰ ਇਹਦੀ ਮਹੱਤਵ ਸਮਝਦੇ ਹੋਏ ਸਰਕਾਰਾਂ ਇਨਕਰੇਜ ਕਰਦੀਆਂ। ਸੋ ਤੁਸੀਂ ਇਸ ਗੱਲ ਨੂੰ ਇਸ ਤਰ੍ਹਾਂ ਨਾ ਜੋੜੋ ਜਿਸ ਤਰ੍ਹਾਂ ਤੁਸੀਂ ਜੋੜ ਰਹੇ ਹੋ। ਨਹੀਂ, ਹੁਣ ਤਾਂ ਫਿਰ ਮੈਂ ਸਬਸਿਡੀ ਵਾਲੀ ਵੀ ਜੋੜ ਲਾਣਾ ਵੀ ਇਹ ਕੋਈ ਆਸਾਨ ਥੋੜਾ ਨਾ ਹੋਇਆ। ਜੇ ਤੁਸੀਂ ਇੱਕ ਕਿਸਾਨ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਨਹੀਂ ਦੇਵੋਗੇ ਸਬਸਿਡੀ? ਕਿਸਾਨ ਜੋ ਅੰਨ ਉਗਾਉਂਦੇ ਨੇ ਤੇ ਕਿਆ ਉਹ ਫ੍ਰੀ 'ਚ ਦਿੰਦੇ ਨੇ? ਵੇਚਦੇ ਨੇ ਨਾ, ਹਨਾ? ਇਹਦਾ ਮਤਲਬ ਅੰਨਦਾਤਾ ਨਹੀਂ ਹੈ, ਅੰਨ ਵਪਾਰੀ ਹੋਇਆ। ਕੋਸਟ ਕਿੰਨੀ ਪੈਂਦੀ ਹੈ, ਕੋਸਟ ਕਿੰਨੀ ਪੈਂਦੀ ਹੈ ਤੇ ਉਹਨੂੰ ਮਿਲਦਾ ਕੀ ਹੈ? ਇੱਕ ਮਿੰਟ ਸੁਣ ਤਾਂ ਲਓ। ਇਹ ਤਾਂ ਤੁਸੀਂ ਕੈਲਕੂਲੇਟ ਨਾ ਕਰੋ, ਨਾ ਮੈਂ ਕਰਾਂ, ਤੇ ਸਰਕਾਰ ਕੈਲਕੂਲੇਟ ਕਰਦੀ ਹੈ। ਕਿਸਾਨ ਜਥੇਬੰਦੀਆਂ ਆਪਸ ਵਿੱਚ ਨਿਪਟਾ ਲੈਣਗੀਆਂ। ਅੰਨਦਾਤਾ ਨਹੀਂ ਹੈ, ਅੰਨ ਵਪਾਰੀ ਹੈ, ਕਿਉਂਕਿ ਉਹ ਅੰਨ ਉਗਾ ਕੇ ਵੇਚਦਾ ਹੈ,
ਠੀਕ ਹੈ, ਅੰਨ ਕੋਈ ਦਾ ਕੇ ਦਾਨ ਨਹੀਂ ਕਰਦਾ। ਹੁਣ ਇਹ ਲਿਹਾਜ਼ੇ ਨਾਲ ਕਿੱਥੋਂ ਕਿਸਾਨ ਮੰਨ ਜੂਗਾ? ਤੁਸੀਂ ਅੰਨ ਦਾਤੇ ਨੂੰ ਕਹਿ ਰਹੇ ਹੋ ਅੰਨ ਵਪਾਰੀ ਆ। ਵਪਾਰੀ ਤਾਂ ਜੇ ਉਹ ਤਾਂ ਪੈਸੇ ਪੂਰੇ ਨਹੀਂ ਹੁੰਦੇ। ਮੇਰੀ ਗੱਲ ਖਤਮ ਹੋਣ ਦਿਓ। ਜੇ ਅੰਨ ਦਾਤਾ ਹੈ ਤੇ ਦਾਨ ਕਰੇ ਨਾ, ਇਹਦਾ ਮਤਲਬ ਅੰਨ ਉਗਾਉਂਦੇ ਨੇ, ਅੰਨ ਉਹ ਵੇਚਦੇ ਨੇ, ਉਹਨਾਂ ਦੇ ਵੇਚਣ ਤੋਂ ਬਾਅਦ ਕਣਕ ਜਿਹੜੀ ਹੈ ਆਟਾ ਤਾਂ ਬਣਦੀ ਜਦੋਂ ਇੰਡਸਟਰੀ 'ਚ ਜਾਂਦੀ ਹੈ। ਇੰਡਸਟਰੀ ਜਾਣ ਲਈ ਉੱਥੇ ਜਿਹੜਾ ਗਨੀ ਬੈਗ 'ਚ ਪੈਕ ਹੁੰਦਾ ਹੈ, ਗਨੀ ਬੈਗਸ ਇੰਡਸਟਰੀ 'ਚ ਬਣਦੇ ਨੇ, ਫਿਰ ਟਰੱਕਾਂ 'ਚ ਢੋ ਢਵਾਈ ਹੁੰਦੀ ਹੈ, ਉਹ ਇੰਡਸਟਰੀ 'ਚ ਬਣਦਾ ਹੈ, ਫਿਰ ਉੱਥੇ ਮਸ਼ੀਨਾਂ ਚੱਲਦੀਆਂ, ਉਹ ਇੰਡਸਟਰੀ 'ਚ ਬਣਦਾ ਹੈ। ਜਿਹੜਾ ਚਾਵਲ ਹੈ, ਝੋਨਾ ਪ੍ਰੋਸੈਸ ਹੋ ਕੇ ਚਾਵਲ ਬਣਦਾ, ਉਹ ਵੀ ਇੰਡਸਟਰੀ 'ਚ ਹੁੰਦਾ ਹੈ। ਇਸ ਕਰਕੇ ਮੇਰੀ ਇਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ, ਇਕੱਲਾ ਕਿਸਾਨ ਨਹੀਂ, ਦੇਸ਼ ਸਾਰਿਆਂ ਦੇ ਨਾਲ ਮਿਲ ਕੇ ਚੱਲਦਾ ਹੈ। ਸਾਰੇ, ਮੈਂ ਪਿਛਲੀ ਵਾਰ ਵੀ ਗੱਲ ਕਿ ਅੱਜ ਵੀ ਕਹਿਣਾ, ਇਹ ਮੂੰਹ ਹੈ, ਇਹ ਨੱਕ ਹੈ, ਕੰਨ ਹੈ, ਅੱਖ ਹੈ, ਪੂਰਾ ਸਰੀਰ ਹੈ, ਇਹਨਾਂ 'ਚ ਇੱਕ ਅੰਗ ਵੀ ਹਟ ਜੇ ਨੇ ਇਹ ਸਰੀਰ ਬੇਕਾਰ ਹੋ ਜਾਂਦਾ। ਇਸ ਕਰਕੇ ਕਿਸਾਨ ਇਸ ਗੱਲ ਨੂੰ ਸਮਝਣ, ਆੜੀ ਤੋਂ ਹਟਣ, ਇਹਨਾਂ ਦੀ ਸਾਰੀਆਂ ਮੰਗਾਂ ਮੰਨੀਆਂ ਗਈਆਂ। ਆੜੀ ਵਾਲੀ ਛੱਡੋ, ਹੁਣ ਤੁਹਾਨੂੰ ਮੈਂ ਇਹੀ 100 ਦੀ ਇੱਕ ਦੱਸਾਂ, ਤੁਸੀਂ ਜਿਹੜੇ ਗਣੀ ਬੈਗ ਦੀ ਗੱਲ ਕਰੀ ਹੈ ਨਾ, ਪੂਰੇ ਪੰਜਾਬ ਵਾਲੇ ਉਹਨੂੰ ਪੀਣਾ ਚੱਕ ਕੇ ਲੈ ਜਾਂਦੇ ਨੇ। ਜਦੋਂ ਪੀਣਾ ਪਿਹਾਉਣ ਜਾਂਦੇ ਨੇ ਨਾ, ਤਾਂ ਤੁਸੀਂ ਇਹ ਲਾ ਲਓ ਵੀ ਜਿਹੜੇ ਇਹ ਤੁਹਾਡੇ ਤਰਕ ਨੇ ਗਣੀ ਬੈਗ ਤੇ ਪੀਣੇ ਦਾ, ਮੈਨੂੰ ਲੱਗਦਾ ਨਹੀਂਗਾ ਵੀ ਕੰਬੀਨੇਸ਼ਨ ਹੋ ਕੇ ਹੱਲ ਕਿਵੇਂ ਨਿਕਲੂਗਾ। ਜੋਸ਼ੀ ਜੀ, ਹੱਲ ਕਿਹੜੇ ਹਿਸਾਬ ਨਾਲ ਨਿਕਲੂਗਾ? ਤੁਸੀਂ ਉਹ ਜਿਹੜਾ ਵਿੱਚ ਹੀ ਸ਼ੁਰੂਆਤ ਕਰ ਦਿੰਦੇ ਹੋ, ਕਾਮਰੇਡ ਨੇ ਜੀ, ਕਾਂਗਰਸੀ ਨੇ, ਆਪਾਂ ਇਸ ਗੱਲ ਨੂੰ ਛੱਡ ਕੇ ਹੱਲ ਕਰਨੀ ਨੂੰ ਵਧੀਏ। ਨਾਲੋਂ ਨਾਲ ਜਿਹੜੇ ਹੋਰ ਮੁੱਦੇ ਭੜਕਾਉਣ ਤੇ ਲਗਾਤਾਰ ਬੀਜੇਪੀ ਤੇ ਆਰੋਪ ਲੱਗ ਰਹੇ ਨੇ, ਉਹ ਤੁਸੀਂ ਨਹੀਂ ਸਮਝਦੇ ਹੈਗੇ ਵੀ ਕਮ ਸੇ ਕਮ ਮੂਹਰੇ ਕਹਿਣਾ ਚਾਹੀਦਾ ਵੀ ਭਾਈ ਅਸੀਂ ਨਹੀਂ ਕਹਿ ਰਹੇ ਕਿ ਸਾਡਾ ਇੱਕ ਨਦਾ ਲੀਡਰ ਕਹਿ ਗਿਆ, ਤਾਂ ਉਹਨੂੰ ਗੱਲਾਂ ਨੂੰ ਤੁਸੀਂ ਨਾ ਜ਼ਿਆਦਾ ਅੱਗੇ ਵਧਾਓ। ਦੇਖੋ, ਪੰਜਾਬ ਦੇ ਅੰਦਰ ਵਿਪਕਸ਼ੀ ਦਲ ਲਗਾਤਾਰ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਸਰਕਾਰ ਦੇ ਉੱਪਰ ਇਲਜ਼ਾਮ ਲਗਾ ਰਿਹਾ। ਪਿਛਲੇ ਦਿਨ ਇੱਕ ਪੱਤਰਕਾਰ ਵਾਰਤਾ ਹੋਈ, ਉਸ 'ਚ ਇੱਕ ਪ੍ਰਮੁੱਖ ਵਿਪਕਸ਼ੀ ਦਲ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਉਹਦੀ ਏਜੰਸੀ ਹੈ ਪੰਜਾਬ 'ਚ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਜਿਹੜੀ ਪੰਜਾਬ ਦੇ ਸੱਤਾ ਸਰਕਾਰ ਹੈਗਾ, ਉਹਦੀ ਪਾਰਟੀ ਦੇ ਪ੍ਰਧਾਨ ਨੇ ਵੀ ਸਾਡੇ ਉੱਪਰ ਐਲੀਗੇਸ਼ਨ ਲਗਾਏ। ਆਮ ਆਦਮੀ ਪਾਰਟੀ, ਹੋਰ ਪਾਰਟੀਆਂ ਵੀ ਐਲੀਗੇਸ਼ਨ ਲਗਾ ਰਹੀਆਂ। ਸਾਰੀ ਪਾਰਟੀਆਂ ਲਗਾਤਾਰ ਸਾਡੇ ਉੱਪਰ ਐਲੀਗੇਸ਼ਨ ਲਗਾ ਰਹੀਆਂ। ਇਹ ਮੈਂ ਦਾਅਵੇ ਨਾਲ ਕਹਿੰਦਾ, ਭਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹਨੇ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਲਈ ਸ਼ਹਾਦਤਾਂ ਦਿੱਤੀਆਂ। RSS ਨੇ ਸ਼ਹਾਦਤਾਂ ਦਿੱਤੀਆਂ, ਉਸ ਪਾਰਟੀ ਤੇ ਤੁਸੀਂ ਐਲੀਗੇਸ਼ਨ ਲਗਾ ਰਹੇ ਹੋ। ਮੈਂ ਮੌਕਾ ਤੁਸੀਂ ਆਪ ਹੀ ਨਹੀਂ ਕ੍ਰੀਏਟ ਕਰਿਆ। ਸੁਣ ਲਓ, ਮੈਂ ਤੱਥੇ ਦੇਣ, ਐਵੀਡੈਂਸ ਦੇਣ, ਗੱਲਾਂ ਨਾ ਬਣਾਉਣ। ਹੁਣ ਮੈਂ ਤੁਹਾਨੂੰ ਕੁਝ ਗੱਲਾਂ ਦੱਸਦਾ ਜਿਸ ਤੋਂ ਇਹ ਵਿਪਕਸ਼ੀ ਪਾਰਟੀ ਦਾ ਦੋਹਰਾਪਨ ਸਾਹਮਣੇ ਆਉਂਦਾ ਹੈ। ਦੋਹਰਾਪਨ ਧਿਆਨ ਨਾਲ ਸਮਝ ਲੈਣਾ, ਪੰਜਾਬ 'ਚ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਸਾਡੀ ਨਹੀਂ ਹੈ, ਇਹਨਾਂ ਦੀ ਕੁਝ ਮੁੱਦਿਆਂ ਦੇ ਉੱਪਰ ਦੋਹਰਾਪਨ ਹੈ। ਪੰਜਾਬ ਦੇ ਅੰਦਰ ਕਿਸਾਨ ਜਥੇਬੰਦੀ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਦੇ ਨਾਲ ਇੱਕ MLA ਹੈਗਾ ਜਿਹੜੀ ਪਾਰਟੀ ਤੋਂ ਕੱਢਿਆ ਹੋਏਗਾ, ਉਹ ਕਹਿੰਦੇ ਨੇ ਕਿ ਕਾਲੀ ਦੀਵਾਲੀ ਮਨਾਈ ਜਾਵੇ, ਦੁਸ਼ਹਿਰੇ ਦਿਨ ਪੁਤਲੇ ਚਲਾਏ ਜਾਣ। ਵੀ ਕਿਆ ਗੱਲ, ਵੀ ਤੁਸੀਂ ਜਿਹੜੇ ਤਿਉਹਾਰ ਹੈ, ਜਿਹੜਾ ਇੱਕ ਬਹੁਸੰਖਿਅਕ ਸਮੁਦਾਇ ਤਿਉਹਾਰ ਮਨਾਉਂਦਾ ਹੈ, ਤੁਸੀਂ ਉਹਨਾਂ ਦੇ ਟਾਈਮ ਕਿਉਂ ਪ੍ਰੋਟੈਸਟ ਕਰਨੇ, ਉਹਨਾਂ ਦੇ ਪ੍ਰਸ਼ਨ ਚਿੰਨ੍ਹ ਕਿਉਂ ਹੈ? ਔਰ ਜਦ ਇਹ ਪ੍ਰੋਟੈਸਟ ਦੀ ਕਾਲ ਆਉਂਦੀ ਹੈ, ਇਹ ਤਿੰਨ ਵਿਪਕਸ਼ੀ ਦਲ ਚੁੱਪੀ ਸਾਧ ਕੇ ਬਹਿ ਜਾਂਦੇ ਨੇ, ਇਹ ਬੋਲਦੇ ਨਹੀਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਮੁਕੇਰੀਆਂ ਕੋਲ ਇੱਕ ਪੋਸਟਰ ਆਉਂਦਾ ਗੱਡੀ ਦੇ ਉੱਪਰ ਲੱਗਾ, ਕੀ ਲਿਖਿਆ ਹੈ? ਗਊ ਮਾਤਾ ਦਾ ਦੁੱਧ ਦੀ ਜਗ੍ਹਾ ਮੂਤ ਪੀਣ ਵਾਲੇ ਸਾਨੂੰ ਕਿਸਾਨੀ ਸੰਘਰਸ਼ ਬਾਰੇ ਨਾ ਸਮਝਾਉਣ। ਔਰ ਇਸ ਪੋਸਟਰ ਦੀ ਕੋਈ ਨਿਖੇਧੀ ਨਹੀਂ ਕਰਦਾ। ਇਹ ਤਿੰਨੀ ਵਿਪਕਸ਼ੀ ਪਾਰਟੀਆਂ ਚੁੱਪ ਕਰ ਜਾਂਦੀਆਂ। ਧਾਰਮਿਕ ਰੰਗ ਦੇ ਰਹੇ ਹੋ ਇਸ ਚੀਜ਼ ਨੂੰ, ਧਾਰਮਿਕ ਦੇ ਰਹੇ ਨੇ। ਮੈਂ ਧਾਰਮਿਕ ਰੰਗ ਦੇ ਰਿਹਾ। ਹੋਰ ਕੌਣ ਦੇ ਰਿਹਾ ਧਾਰਮਿਕ ਰੰਗ? ਤੁਸੀਂ ਹੱਲ ਕਰਨੀ ਬਦਲੋ, ਜ਼ਿਕਰ ਕਰਨੀ ਕਾਲ ਕਿਨੇ ਦਿੱਤੀ ਹੈ? ਕਾਲੀ ਦੀਵਾਲੀ ਦੀ ਕਾਲ ਕਿਨੇ ਦਿੱਤੀ ਹੈ? ਕਾਲੀ ਦੀਵਾਲੀ ਹਿੰਦੂਆਂ ਨੇ ਵੀ ਮਨਾਈ ਆ। ਕਾਲੀ ਦੀਵਾਲੀ ਇਕੱਲੇ ਤੋਂ ਸਿੱਖਾਂ ਨੇ ਨਹੀਂ ਮਨਾਈ ਹੈਗੀ, ਜਾਂ ਕਿਸੇ ਕਿਸਾਨਾਂ ਨੇ ਨਹੀਂ ਮਨਾਈ। ਮੈਂ ਸਿੱਖ ਸ਼ਬਦ ਕਿਤੇ ਪ੍ਰਯੋਗ ਨਹੀਂ ਕੀਤਾ। ਹੋਰ ਕੌਣ ਰਹਿ ਗਿਆ ਫਿਰ? ਤੁਸੀਂ ਹੋਰ ਕਿਹਨੂੰ ਕਹਿ ਰਹੇ ਹੋਗੇ? ਕਾਲੀ ਦੀਵਾਲੀ ਦੀ ਕਾਲ ਜਿਹੜੀ ਹੈ ਇੱਕ ਕਿਸਾਨ ਜਥੇਬੰਦੀ ਨੇ ਦਿੱਤੀ, ਇੱਕ MLA ਨੇ ਦਿੱਤੀ। ਮੈਂ ਕਹਿ ਰਿਹਾ ਬਾਕੀ ਪਾਰਟੀਆਂ ਨੇ ਕਾਲੀ ਦੀਵਾਲੀ ਨੂੰ ਕਿਉਂ ਨਹੀਂ ਕੰਡੈਮ ਕੀਤਾ? ਉਹ ਕਹਿੰਦੇ ਦੀਵਾਲੀ ਨੂੰ ਪ੍ਰੋਟੈਸਟ ਤੋਂ ਬਾਹਰ ਕਰੋ, ਦੀਵਾਲੀ ਕਿ ਤਿਉਹਾਰ ਹੈ ਜਿਹੜਾ ਬਹੁਸੰਖਿਅਕ ਮੁੱਦੇ। ਤੁਸੀਂ ਵਾਰੀ-ਵਾਰੀ ਇਸ ਚੀਜ਼ਾਂ ਦਾ ਫਿਰ ਜ਼ਿਕਰ ਕਿਉਂ ਕਰ ਰਹੇ ਹੋ? ਕਾਲੀ ਦੀਵਾਲੀ ਦਾ ਜ਼ਿਕਰ ਹੁਣ ਕਿਉਂ ਤੁਸੀਂ ਨਾਲ ਜੋੜ ਰਹੇ ਹੋ? ਉਹਦਾ ਰੋਸ਼ ਦਾ ਇੱਕ ਸਿੰਬੋਲਿਕ ਰੋਸ਼ ਹੁੰਦਾ ਜੋ ਸਿੰਬੋਲਿਕ ਰੋਸ਼ ਸਾਡੇ ਤਿਉਹਾਰਾਂ ਨਾਲ ਹੀ, ਗਊ ਮਾਤਾ ਨਾਲ ਹੀ, ਠੀਕ ਹੈ। ਉਹ ਜਿਹੜਾ ਯੋਗਰਾਜ ਸਿੰਘ ਹੈ ਕਿਸਾਨ ਜਥੇਬੰਦੀਆਂ ਦੇ ਮੰਚ ਤੇ ਜਾ ਕੇ ਬੋਲਦਾ ਹੈ ਹਿੰਦੂ ਬਹੁ ਬੇਟੀਆਂ ਬਾਰੇ ਅਪਸ਼ਬਦ, ਉਹਨੂੰ ਤਾਂ ਥੱਲੇ ਲਾਉਂਦੇ ਨਹੀਂ ਹੈ। ਜਦ ਥੱਲੇ ਨਹੀਂ ਲਾਓਗੇ ਤਾਂ ਕੀ ਮੈਸੇਜ ਆਏਗਾ? ਉਦੋਂ ਬਾਅਦ ਉਹ ਦਿਖੇ ਨਹੀਂ ਹੈਗੇ, ਉਦੋਂ ਬਾਅਦ ਬਾਈਕਾਟ ਕਰਤਾ ਹੈ ਉਹਨਾਂ ਦਾ। 3 ਜਗ੍ਹਾ ਬੋਲਿਆ ਯੋਗਰਾਜ, 3 ਕਿਸਾਨ ਜਥੇਬੰਦੀ ਦੇ ਮੰਚ ਤੇ ਬੋਲਿਆ, ਕੱਲ ਇੱਕ ਵਾਰ 3 ਵਾਰ ਬੋਲਿਆ, ਔਰ ਤਿੰਨੋਂ ਵਾਰ ਉਹਨੇ ਬਹੁ ਬੇਟੀਆਂ ਤੇ ਬੋਲਿਆ। ਕਿਸੇ ਨੇ ਮੰਚ ਤੋਂ ਉਤਾਰਿਆ ਨਹੀਂ, ਔਰ ਜਿਹੜੇ ਉਹਨਾਂ ਦੇ ਬੁਲਾ ਰਹੇ ਉਸ ਤੋਂ ਬਾਅਦ ਉਹਨਾਂ ਨੇ ਕੰਡੈਮ ਵੀ ਨਹੀਂ ਕੀਤਾ। ਤੁਸੀਂ ਕਾਲੀ ਦੀਵਾਲੀ ਦਾ ਸ਼ਿਕਵਾ ਤਾਂ ਕਰ ਲਿਆ। ਮੋਦੀ ਨੇ ਜਦੋਂ ਮੋਮਬੱਤੀਆਂ ਜਗਵਾਈਆਂ, ਉੱਥੇ ਭਾਂਡੇ ਖੜਕਵਾਏ, ਉਹ ਨਹੀਂ ਖੜਕਾਏ ਪੰਜਾਬੀਆਂ ਨੇ? ਉਹ ਖੜਕਾ ਕੇ ਕਿੰਨੀਆਂ ਤਸਵੀਰਾਂ ਆਈਆਂ ਸਾਹਮਣੇ। ਮੇਰਾ ਇੰਨਾ ਕਹਿਣਾ ਹੈ, 3 ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਇਲਜ਼ਾਮ ਲਾ ਰਹੀਆਂ ਹੈ ਕਿ ਕੇਂਦਰ ਸਰਕਾਰ ਤੇ ਇਲਜ਼ਾਮ ਲਗਾ ਰਹੀਆਂ ਜਿਹੜਾ ਕਿ ਇਸ ਅੰਦੋਲਨ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ। ਜਦ ਕਾਲੀ ਦੀਵਾਲੀ ਦੀ ਕਾਲ ਦਿੱਤੀ ਜਾਂਦੀ ਹੈ, ਇਹ ਚੁੱਪੀ ਧਾਰ ਲੈਂਦੇ ਨੇ। ਦੁਸ਼ਹਿਰੇ ਵਾਲੇ ਦਿਨ ਇਹ ਜਥੇਬੰਦੀ ਜਿਹੜੇ ਉਹ ਹੈਗੀਆਂ ਰਾਮਲੀਲਾ ਕਮੇਟੀ ਆ, ਉਹਨਾਂ ਨੂੰ ਰਾਵਣ ਜਲਾਉਣ ਦੀ ਪਰਮਿਸ਼ਨ ਨਹੀਂ ਦਿੰਦੇ। ਦੂਜੇ ਪਾਸੇ 500-700 ਜਗ੍ਹਾ ਪ੍ਰਧਾਨ ਮੰਤਰੀ ਦੇ ਦੁਸ਼ਹਿਰੇ ਵਾਲੇ ਦਿਨ ਪੁਤਲਾ ਜਲਾਇਆ ਜਾਂਦਾ ਹੈ। ਇਹ ਬਹੁਸੰਖਿਅਕ ਸਮੁਦਾਇ ਦਾ ਬਹੁਤ ਪਵਿੱਤਰ ਤਿਉਹਾਰ ਨੇ। ਉਹਨਾਂ ਤਿਉਹਾਰਾਂ ਦੇ ਉੱਪਰ ਜਦ ਇਹ ਹੁੰਦਾ, ਇਹ ਚੁੱਪੀ ਧਾਰ ਲੈਂਦੇ ਨੇ। ਉਹ ਵੀ ਸਮਾਜ ਹੈ ਜਿਹੜਾ ਉਹ ਲੱਗਿਆ ਹੋਇਆ ਨਾਲ ਕਿਸਾਨਾਂ ਦੇ। ਫਿਰ ਕੀ ਕਹੋਗੇ ਹੁਣ ਤੁਸੀਂ? ਕੋਈ ਸਮਾਜ, ਸੁਣੋ ਮੇਰੀ ਗੱਲ, ਮੇਰਾ ਇੰਨਾ ਕਹਿਣਾ ਹੈ ਕਿ ਕੰਡੈਮ ਤਾਂ ਕਰਦੇ। ਇਹ 3 ਵਿਪਕਸ਼ੀ ਦਲ ਬੋਲਦੇ ਤਾਂ ਸਹੀ, ਗਲਤ ਹੋ ਰਿਹਾ ਹੈ। ਕਿਸਾਨ ਜਥੇਬੰਦੀ ਬੋਲਦੀ, ਕਿਸਾਨ ਜਥੇਬੰਦੀ ਨੇ ਯੋਗਰਾਜ ਨੂੰ ਗੱਲ ਤੋਂ ਫੜ ਕੇ ਮੰਚ ਤੋਂ ਕਿਉਂ ਨਹੀਂ ਲਾਇਆ ਜਦ ਉਹਨੇ ਹਿੰਦੂ ਬਹੁ ਬੇਟੀ ਦਾ ਅਪਮਾਨ ਕੀਤਾ? ਕਿਉਂ ਨਹੀਂ ਲਾਇਆ? ਉਸ ਤੋਂ ਬਾਅਦ ਉਹਨੇ ਮਾਫੀ ਮੰਗੀ ਆ, ਉਦੋਂ ਬਾਅਦ ਉਹਨੇ ਮਾਫੀ ਮੰਗੀ ਆ, ਤੇ ਉਸ ਤੋਂ ਬਾਅਦ ਉਹਦਾ ਵਿਰੋਧ ਹੋਇਆ ਇਸ ਚੀਜ਼ ਨੂੰ ਲੈ ਕੇ। 3 ਮੰਚਾਂ ਤੇ ਬੋਲਿਆ,
ਤਿੰਨ ਵੀਡੀਓ ਨੇ, ਇੱਕ ਬਿਨਾ ਪਟਕੇ ਦੇ ਹੈ, ਇੱਕ ਵਿਦ ਪਟਕੇ ਹੈ, ਤੀਜੇ 'ਚ ਕੱਪੜੇ ਬਦਲੇ ਹੋਏ ਹੈ। ਤਿੰਨ ਵੀਡੀਓ ਦੇਖ ਚੁੱਕਿਆ ਸੀ, 3 ਵਾਰ ਸਟੇਜ ਤੇ ਬੋਲਿਆ ਹੈ। ਉਸ ਤੋਂ ਬਾਅਦ ਜਿਹੜਾ ਬੁਲਾ ਰਿਹਾ ਉਹਨਾਂ ਨੇ ਕੰਡੈਮ ਕੀਤਾ ਨਹੀਂ, ਪ੍ਰੈਸ ਨੋਟ ਜਾਰੀ ਕੀਤਾ ਨਹੀਂ। ਜਿਵੇਂ ਭਾਵਾ ਪਾਰ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਬੋਲਦੇ ਨੇ ਕਿਸਾਨ ਜਥੇਬੰਦੀ, ਪ੍ਰੈਸ ਕਾਨਫਰੰਸ ਇਹਨਾਂ ਨੇ ਬੋਲਿਆ ਨਹੀਂ ਬੋਲਿਆ। ਇਹ ਹੁਣ ਤੁਸੀਂ ਫਿਰ ਕਹਿ ਰਹੇ ਹੋ ਵੀ ਇਹ ਹੁਣ ਆਰ-ਪਾਰ ਦੀ ਲੜਨ ਦੇ ਪਾਸੇ ਤੁਸੀਂ ਤੁਰ ਪਏ ਜਾਂ ਕੋਈ ਹੱਲ ਕਰਨੀ ਨੂੰ ਤੁਰ ਪਏ? ਇਹ ਸਾਰੀਆਂ ਗੱਲਾਂ ਦੇਖੋ, ਜਦੋਂ ਆਪਾਂ ਕੋਈ ਹੱਲ ਕਰਨੀ ਨਿਕਲਦੇ ਆ, ਕੁਰੇਦ ਕੇ ਕੁਝ ਕੱਢੀ ਜਾਓ, 10 ਗੱਲਾਂ ਤੁਹਾਡੇ ਖਿਲਾਫ ਫਿਰ ਨਿਕਲ ਆਉਣਗੀਆਂ। ਸੁਣੋ ਮੇਰੀ ਗੱਲ, ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਇਲਜ਼ਾਮ ਰੂਲਿੰਗ ਪਾਰਟੀ, ਦੋ ਵਿਪਕਸ਼ੀ ਪਾਰਟੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਲਗਾਇਆ ਕਿ ਕਿਸਾਨੀ ਅੰਦੋਲਨ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀਆਂ। ਅਸੀਂ ਉਦਾਹਰਣ ਇਹ ਦਿੱਤਾ ਹੈ, ਧਾਰਮਿਕ ਰੰਗ ਅਸੀਂ ਨਹੀਂ ਦੇ ਰਹੇ, ਤੁਹਾਡੀ ਕੁਝ ਮੁੱਦੇ ਅੰਦਰ ਚੁੱਪੀ ਦੇ ਰਹੀ ਹੈ। ਬਹੁਸੰਖਕ ਸਮੁਦਾਇ ਦੇ ਤਿਉਹਾਰਾਂ ਦੇ ਉੱਪਰ ਜਦ ਉਹਨੂੰ ਕਾਲਾ ਮਨਾਇਆ ਜਾਂਦਾ ਹੈ, ਤੁਹਾਡੀ ਜਿਹੜੀ ਚੁੱਪੀ ਉਸ ਮੁੱਦੇ ਦੇ ਉੱਪਰ ਉਹ ਦਿੰਦੀ ਹੈ। ਤਿਉਹਾਰਾਂ ਤੋਂ ਬਾਅਦ ਕਰ ਲੈਂਦੇ, ਪੁਤਲੇ ਜਲਾ ਲੈਂਦੇ, ਦੁਸ਼ਹਿਰੇ ਦਿਨ ਪੁਤਲਾ ਕਿਉਂ ਜਲਾਣਾ ਸੀਗਾ? ਕੋਈ ਹੋਰ ਦਿਨ ਕਾਲਾ ਦਿਨ ਕਰ ਲੈਂਦੇ, ਕਾਲੀ ਦੀਵਾਲੀ ਕਿਉਂ ਕਰਨੀ ਪੈਣੀ ਸੀਗੀ? ਸੋ ਇਸ ਦੇ ਉੱਪਰ ਜਿਹੜੀ ਇਹਨਾਂ ਦੀ ਚੁੱਪੀ ਹੈ ਨਾ ਵਿਪਕਸ਼ੀ ਦਲਾਂ ਦੀ, ਇਹ ਚੁੱਪੀ ਜਿਹੜੀ ਹੈ ਇਹ ਹੀ ਧਾਰਮਿਕ ਰੰਗ ਦੇ ਰਹੀ ਹੈ। ਸਾਰੇ ਜਿਹੜੀ ਤੁਸੀਂ ਕਾਲੀ ਦੀਵਾਲੀ ਦੀ ਗੱਲ ਕਰੀ ਹੈ ਨਾ, ਠੀਕ ਹੈ, ਇਹਨਾਂ ਨੇ ਪ੍ਰੋਟੈਸਟ ਦੀ ਕਾਲ ਦੇਤੀ ਹੋਣੀ ਹੈ, ਉਦੋਂ ਬਾਅਦ ਲੋਕਾਂ ਨੇ ਅੱਗੇ ਪ੍ਰਚਾਰ ਕਰਤਾ ਹੋਣਾ। ਉਦੋਂ ਬਾਅਦ ਤੁਸੀਂ ਦੱਸੋ ਕਿ ਜਿਹੜਾ ਵਪਾਰੀ ਦਾ ਜਦੋਂ ਉੱਥੇ ਸਮਾਨ ਨਹੀਂ ਵਿਕੂਗਾ, ਕਿਸਾਨ ਨੂੰ ਆਪਦੀ ਰੋਟੀ ਦਾ ਲਾਲਾ ਪੈ ਗਿਆ, ਉਹ ਤਾਂ ਵੈਸੀ ਕਾਲੀ ਦੀਵਾਲੀ ਹੋ ਗਈ, ਉਹਦੇ ਕਹਿਣ ਦੀ ਲੋੜ ਹੈ? ਸੁਣ, ਮੇਰਾ ਇਹ ਕਹਿਣਾ ਹੈ ਕਿ ਇਹ ਵਿਪਕਸ਼ੀ ਪਾਰਟੀਆਂ ਜਦ ਇਹਨਾਂ ਮੁੱਦਿਆਂ ਦੇ ਉੱਪਰ ਚੁੱਪੀ ਤਾਰ ਲੈਂਦੀਆਂ, ਜਦ ਇਹ ਵਿਪਕਸ਼ੀ ਪਾਰਟੀਆਂ ਇਹਨਾਂ ਮੁੱਦੇ ਵਿੱਚ ਚੁੱਪੀ ਤਾਰਦੀਆਂ, ਉਹਨਾਂ ਦਾ ਦੋਹਰਾਪਨ ਦਿਖਦਾ ਹੈ। ਪੋਲੀਟੀਕਲ ਪਾਰਟੀਆਂ ਦਾ ਤੁਸੀਂ ਕੁਝ ਵੀ ਕਹੋ, ਇੱਕ ਦੂਜੇ ਤੇ ਬਿਆਨਬਾਜ਼ੀ ਤੁਹਾਡੀ ਚੱਲਦੀ ਹੈ, ਪਰ ਤੁਸੀਂ ਗੱਲ ਤੁਸੀਂ ਕਿਸਾਨੀ ਦੀ ਕਰ ਰਹੇ ਹੋ। ਯੋਗਰਾਜ ਦੇ ਬਿਆਨ ਨੂੰ ਕਿਆ ਤਿੰਨੋਂ ਵਿਪਕਸ਼ੀ ਪਾਰਟੀਆਂ ਨੇ ਕੰਡੈਮ ਕੀਤਾ? ਨਹੀਂ। ਯੋਗਰਾਜ ਦੇ ਬਿਆਨ ਨੂੰ ਧੋਨੇ ਕਿੰਨਾ ਕੰਡੈਮ ਕਰਤਾ? ਤੁਸੀਂ ਤਾਂ ਹੁਣ ਚੱਕ ਕੇ ਲੱਗ ਗਏ। ਬੀਜੇਪੀ ਦਾ ਆਇਆ ਕੋਈ ਬਿਆਨ? ਬੀਜੇਪੀ ਦਾ ਬਿਆਨ ਆਇਆ? ਬੀਜੇਪੀ ਦਾ ਕੰਡੈਮ ਕਦੋਂ ਆਇਆ? ਬੀਜੇਪੀ ਦਾ ਕਰ ਰਹੀ ਹੈ, 3 ਵਾਰ ਕਰ ਚੁੱਕੀ ਹੈ। ਉਹ ਤਾਂ ਤੁਸੀਂ ਹੁਣ ਕਰ ਰਹੇ ਹੋ। ਮੈਂ ਸਾਡਾ ਪਾਰਟੀ ਦੇ ਜਨਰਲ ਸਕੱਤਰ ਕਰ ਚੁੱਕੇ ਹੈ, ਪਾਰਟੀ ਦੇ ਸਪੋਕਸਮੈਨ ਕਰ ਚੁੱਕੇ ਨੇ, ਪ੍ਰੈਸ ਬਿਆਨ ਜਾਰੀ ਹੋ ਚੁੱਕੇ, ਸਭ ਕੁਝ ਕਰ ਚੁੱਕੇ ਨੇ। ਮੇਰਾ ਇਹ ਕਹਿਣਾ ਹੈ ਕਿ ਯੋਗਰਾਜ ਦੇ ਬਿਆਨ ਨੂੰ ਕਿਆ 3 ਪੋਲੀਟੀਕਲ ਪਾਰਟੀਆਂ ਨੇ ਕੰਡੈਮ ਕੀਤਾ? ਨਹੀਂ। ਕਾਲੀ ਦੀਵਾਲੀ ਦੀ ਕਾਲ ਨੂੰ ਕੰਡੈਮ ਕੀਤਾ? ਨਹੀਂ। ਦੁਸ਼ਹਿਰੇ ਦਿਨ ਜਦ ਸਾਰੇ ਹਿੰਦੂ ਆਪਣਾ ਦੁਸ਼ਹਿਰਾ ਮਨਾਉਂਦੇ ਨੇ, ਉਸ ਦਿਨ ਤੁਸੀਂ ਪ੍ਰਧਾਨ ਮੰਤਰੀ ਪੁਤਲੇ ਜਲਾ ਕੇ ਤੁਸੀਂ ਉਹ ਤਿਉਹਾਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ, ਤੁਸੀਂ ਕੰਡੈਮ ਕੀਤਾ? ਨਹੀਂ। ਅੱਛਾ ਚਲੋ ਕੈਪਟਨ ਸਾਹਿਬ ਇਹ ਦੱਸ ਦੇਣ ਵੀ ਇੱਕ ਪਾਸੇ ਦੁਸ਼ਹਿਰੇ ਦੀ ਪਰਮਿਸ਼ਨ ਨਹੀਂ ਦਿੰਦੇ, ਦੂਜੇ ਪਾਸੇ ਜਿਹੜਾ ਹੈਗਾ ਪੁਤਲੇ ਜਲਾਤੇ, ਜਾਂ ਤਾਂ ਇਹਨਾਂ ਪਰਮਿਸ਼ਨ ਦਿੱਤੀ ਤਾਂ ਕਿਉਂ ਦਿੱਤੀ? ਜੇ ਪਰਮਿਸ਼ਨ ਨਹੀਂ ਦਿੱਤੀ ਤਾਂ ਫਿਰ ਇਹਨਾਂ ਦੇ ਪਰਚੇ ਕਿਉਂ ਨਹੀਂ ਦਰਜ ਕੀਤੇ? ਸਿਆਸਤ ਹੋ ਸਕਦੀ ਹੈ। ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਹੈ, ਕਿਸਾਨਾਂ ਦਾ ਤਾਂ ਨਹੀਂ ਦੋਹਰਾਪਨ। ਕਿਸਾਨਾਂ ਦਾ ਦੋਹਰਾਪਨ ਕਿਉਂ ਤੁਸੀਂ ਲਾਉਂਦੇ? ਕਿਸਾਨ ਜਥੇਬੰਦੀਆਂ ਨੇ ਯੋਗਰਾਜ ਨੂੰ ਗੱਲ ਤੋਂ ਫੜ ਗਈ, ਉਹਨੂੰ ਤਾਰਿਆ, ਉਦੋਂ ਆ ਚੜਨ ਵੀ ਨਹੀਂ ਦਿੱਤਾ। ਫਿਰ ਉਹਨਾਂ ਨੇ 3 ਜਗ੍ਹਾ ਬੋਲ ਗਿਆ, ਉਹ 3 ਜਗ੍ਹਾ ਬੋਲ ਗਿਆ। ਦੇਖੋ ਕੋਈ ਚੀਜ਼ ਦੇ ਜਦੋਂ ਸਮਝ ਲੱਗਦੀ ਹੈ, ਪਤਾ ਲੱਗਦੇ ਜਾਂਦੀ ਹੈ ਨਾ, ਉਦੋਂ ਬਾਅਦ ਤਾਂ ਉਹ ਮਾਫੀ ਵੀ ਮੰਗ ਗਿਆ। ਉਹ ਮਾਫੀ ਛੱਡੋ, ਉਹਦੀ ਗੱਲ ਦੀ ਮਾਫੀ ਦੀ ਗੱਲ ਤਾਂ ਕਿਸਾਨ ਜਥੇਬੰਦੀ ਦੋਹਰੇ ਬਣਦੀ ਹੈ, ਉਹਨਾਂ ਦੀ ਨਹੀਂ ਹੈ। ਅੱਛਾ ਦੱਸੋ, ਉੱਥੇ ਬੋਲੇ ਸੋਹਣੇ ਹਾਲ ਬੋਲੇ ਜਾਂਦਾ ਹੈ ਤੇ ਜੈ ਸ਼੍ਰੀ ਰਾਮ ਜਾਂ ਹਰ ਹਰ ਮਹਾਦੇਵ ਕਿਉਂ ਨਹੀਂ? ਇਹ ਤਾਂ ਤੁਸੀਂ ਹੁਣ ਉਹੀ ਹਿੰਦੂਤਾ ਵਾਲਾ ਨਾਰਾ ਹੈ ਵੀ ਹਿੰਦੂਤਾ ਵਾਲਾ ਜਿਹੜਾ ਉੱਥੇ ਕਹਿ ਰਹੀ ਆਰਐਸਐਸ ਮੋਦੀ, ਉਹੀ ਚੀਜ਼ ਨੂੰ ਤੁਸੀਂ ਅੱਗੇ ਵਧਾ ਰਹੇ ਹੋ। ਨਹੀਂ, ਕੋਈ ਨਹੀਂ ਕਹਿ ਰਿਹਾ, ਮੈਂ ਕੋਈ ਨਹੀਂ ਕਹਿ ਰਿਹਾ। ਦੇਖੋ ਉੱਥੇ ਮਨ ਸੱਜਿਆ ਹੋਇਆ, ਉੱਥੇ ਕਿਸਾਨ ਬੈਠੇ ਹੋਏ, ਕਿਸਾਨ ਸਾਰੇ ਧਰਮਾਂ ਦੇ ਨੇ, ਜਾਂ ਸਿੱਖ ਨੇ ਜਾਂ ਹਿੰਦੂ ਨੇ, ਕੁਝ ਮੁਸਲਮਾਨ ਔਰ ਕ੍ਰਿਸਚਨ ਵੀ ਹੋ ਸਕਦੇ ਨੇ, ਬੜੇ ਘੱਟ ਨੰਬਰ ਹੋ ਸਕਦੇ ਨੇ। ਤੇ ਜੇ ਉੱਥੇ ਤੁਸੀਂ ਬੋਲੇ ਸੋਹਣੇ ਹਾਲ ਬੋਲੋਗੇ ਤੇ ਹਰ ਹਰ ਮਹਾਦੇਵ ਕਿਉਂ ਨਹੀਂ? ਭਾਰਤੀ ਜਨਤਾ ਪਾਰਟੀ ਦੇ ਮੰਚ ਤੇ ਪੰਜਾਬ ਦੇ ਅੰਦਰ ਸਾਹਮਣੇ ਕੋਈ ਸਿੱਖ ਚਾਹੇ ਬੈਠਾ ਚਾਹੇ ਨਹੀਂ ਬੇਟਾ, ਬੋਲੇ ਸੋਹਣੇ ਹਾਲ ਦਾ ਜੈਕੋਸ਼ ਹੁੰਦਾ ਹੈ। ਅਸੀਂ ਬੋਲਦੇ ਹਾਂ ਅੱਗੇ ਅਸੀਂ ਵੋਟਾਂ ਵੀ ਲੈਣੀਆਂ ਨੇ। ਮੈਂ 87 ਤੋਂ ਐਕਟਿਵ ਆ, 87 ਤੋਂ ਲਗਾਤਾਰ ਮੈਂ ਦੇਖਦਾ ਆ ਰਿਹਾ। ਇਹ ਕੋਈ 87 ਚ ਅਸੀਂ ਕੋਈ ਸੋਚਣਾ ਸੀ ਵੀ ਅੱਜ ਜਾ ਕੇ ਲਾਈਨ ਟੁੱਟ ਜਾਊਗਾ? ਇਹ ਕੋਈ ਗੱਲਾਂ ਨਹੀਂ ਹੈ। ਅਸੀਂ ਖੜੇ ਆ। ਇੱਕ ਚੀਜ਼ ਇੱਥੋਂ ਇਹ ਚੀਜ਼ ਦੇਖੋ, ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਦਾ ਕੋਈ ਲਾਉਣਾ ਗਲਤ ਨਹੀਂ ਹੈਗਾ, ਪਰ ਜਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ, ਇਹ ਤੁਸੀਂ ਸਿੰਬਲ ਬਣਾਤੇ ਨੇ ਆਪਣੇ। ਨਹੀਂ, ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ, ਜਦ ਆਪਣੇ ਮੰਚ ਤੇ ਬੋਲੇ ਸੋਹਣੇ ਹਾਲ ਬੋਲਦੀਆਂ ਨੇ, ਤੇ ਫਿਰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਕਿਉਂ ਨਹੀਂ? ਧਾਰਮਿਕ ਰੰਗਤ ਅਸੀਂ ਨਹੀਂ ਦੇ ਰਹੇ, ਧਾਰਮਿਕ ਰੰਗਤ ਉਹ ਦੇ ਰਹੇ ਨੇ। ਇਹ ਤਾਂ ਉਹ ਗੱਲਾਂ ਰਹਿ ਗਈਆਂ ਜਦੋਂ ਚੰਗੇ ਸੁਖਾਵੇਂ ਦਿਨ ਆਉਣਗੇ, ਫਿਰ ਉਦੋਂ ਬਾਅਦ ਤੁਸੀਂ ਕਹਿ ਦਿਓ ਉਹਨਾਂ ਨੂੰ ਵਿਚਾਰਿਆਂ ਨੂੰ, ਉਹਦੇ ਨਾਲ ਵੀ ਫਰਕ ਨਹੀਂ ਪੈਂਦਾ। ਗੱਲ ਤਾਂ ਇਹ ਆ ਰਹੀ ਹੈ ਵੀ ਕਿਸਾਨ ਦੀ ਰੋਟੀ ਬਚੂ ਜਾਂ ਨਹੀਂ ਬਚੂਗੀ, ਕਿਸਾਨ ਦੀ ਰੋਟੀ ਬਚੂ ਨਹੀਂ ਬਚੂਗੀ। ਸਾਡਾ ਕੁਐਸਚਨ ਇਹ ਸੀਗਾ ਕਿ ਧਾਰਮਿਕ ਰੰਗਤ ਦੇ ਰਹੇ ਆ, ਸਾਡਾ ਜਵਾਬ ਇਹ ਹੈ ਧਾਰਮਿਕ ਰੰਗਤ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਨਹੀਂ ਦੇ ਰਹੀ। ਇਹ 3 ਵਿਪਕਸ਼ੀ ਪਾਰਟੀ ਤੁਸੀਂ ਹਿੰਦੂ ਸਿੱਖ ਵਾਲਾ ਕਿਉਂ ਲਾ ਰਹੇ ਹੋ? ਕਿਉਂ ਲਗਾਏ ਵਿਪਕਸ਼ੀ ਪਾਰਟੀਆਂ ਨੇ? ਕਿਉਂ ਲਗਾਇਆ? 3 ਕਦ ਕਿਹਾ ਤੁਹਾਡੇ ਤੇ? ਪੰਜਾਬ ਦੀ 3 ਪੋਲੀਟੀਕਲ ਪਾਰਟੀਆਂ ਨੇ ਇਲਜ਼ਾਮ ਲਾਇਆ, ਪ੍ਰੈਸ ਕਾਨਫਰੰਸ ਕੀਤੀ ਹੈ। ਵਾਰੀ ਹਿੰਦੂਤਵ ਦੀ ਗੱਲ ਕਰੋਗੇ, ਉੱਥੇ ਸਰਵ ਧਰਮ ਦੀ ਗੱਲ ਕਰੋ ਤੁਸੀਂ। ਅਸੀਂ ਤਾਂ ਕੋਈ ਗੱਲ ਨਹੀਂ ਕਰ ਰਹੇ, ਅਸੀਂ ਤਾਂ ਚੁੱਪ ਆ। ਇਲਜ਼ਾਮ ਲਗਾਇਆ ਕਾਂਗਰਸ ਨੇ, ਇਲਜ਼ਾਮ ਲਗਾਇਆ ਆਮ ਆਦਮੀ ਪਾਰਟੀ ਨੇ, ਇਲਜ਼ਾਮ ਲਗਾਇਆ ਅਕਾਲੀ ਦਲ ਨੇ, ਇਲਜ਼ਾਮ ਲਗਾ ਰਹੇ ਕੁਝ ਕਿਸਾਨ ਜਥੇਬੰਦੀਆਂ, ਤੇ ਅਸੀਂ ਜਵਾਬ ਵੀ ਨਾ ਦਈਏ, ਇਹਨਾਂ ਦੋਹਰਾਪਨ ਨੰਗਾ ਨਾ ਕਰੀਏ। ਜਵਾਬ ਦੇ ਦਿਓ ਤੁਸੀਂ, ਪਰ ਉਸ ਚੀਜ਼ ਦੇ ਵੱਲ ਹੱਲ ਵਾਲਾ ਪਾਸਾ ਵੀ ਦੇ ਦਿਆ ਕਰੋ, ਨਾਲ ਜਵਾਬ ਦਿਓ ਵੀ ਦੇ ਦਿਓ, ਯੈਸ ਔਰ ਨੋ ਕਰ ਦਿਓ। ਅੱਜ ਤੁਹਾਡੇ ਵੱਲੋਂ ਮੈਂ ਕਹਿੰਦਾ ਨਰਿੰਦਰ ਸਿੰਘ ਤੋਮਰ ਚਿੱਠੀ ਭੇਜੀ ਹੈ, ਮੈਂ ਵੀ ਹੱਥ ਜੋੜ ਕੇ ਝੁੱਕ ਕੇ ਕਿਸਾਨ ਜਥੇਬੰਦੀਆਂ ਨੂੰ ਕਹਿੰਦਾ ਕਿ ਤੁਸੀਂ ਜਿਹੜਾ ਹੈ ਇਸ ਬੇਨਤੀ ਨੂੰ ਪ੍ਰਵਾਨ ਕਰੋ, ਜਲਦੀ ਜਿਹੜਾ ਹੈਗਾ ਗੱਲਬਾਤ ਕਰੋ, ਗੱਲਬਾਤ ਦੇ ਰਾਹੀਂ ਸਭ ਮਸਲੇ ਹੱਲ ਹੁੰਦੇ ਨੇ। ਹੋਰ ਦੱਸੋ ਮੈਂ ਕੀ ਕਰਾਂ? ਹੱਥ ਜੋੜ ਕੇ ਕਿਸਾਨਾਂ ਵੱਲੋਂ ਮੈਂ ਹੱਥ ਬੰਨਦਾ ਨਾ ਵੀ ਕਿਸਾਨਾਂ ਵਾਲਾ ਮਸਲਾ ਹੱਲ ਕਰੋ, ਯੈਸ ਨੋ ਦਾ ਜਵਾਬ ਦਿਓ, ਤੇ ਉਸ ਯੈਸ ਨੋ ਦੇ ਜਵਾਬ ਤੋਂ ਬਾਅਦ ਕਿਸਾਨ ਆਪਦੀ ਰਣਨੀਤੀ ਅੱਗੇ ਆਉਲਕਣ। ਕਿਉਂਕਿ ਦੇਖੋ ਹੱਥ ਅਸੀਂ ਮੰਨ ਲਿਆ, ਹੱਥ ਕਿਸਾਨ ਵੀ ਜੋੜ ਰਿਹਾ, ਕਿਸਾਨ ਕੋਈ ਡੰਡਾ ਨਹੀਂ ਮਾਰ ਰਿਹਾ ਕਿਸੇ ਦੇ। ਮੈਂ ਕਿਸਾਨਾਂ ਨੂੰ ਹੱਥ ਜੋੜਦਾ, 2 ਮੁਲਕਾਂ ਦੀ ਲੜਾਈ ਹੁੰਦੀ ਹੈ,
ਦੋ ਸੂਬਿਆਂ ਦੀ ਲੜਾਈ ਹੁੰਦੀ ਹੈ, ਦੋ ਗਰੁੱਪਾਂ ਦੀ ਲੜਾਈ ਹੁੰਦੀ ਹੈ, ਹਮੇਸ਼ਾ ਟੇਬਲ ਟਾਕ ਸੇ ਆ ਕੇ ਜਿਹੜੇ ਮੁੱਕਦੀ ਹੈ। ਮੇਰੀ ਤੁਹਾਨੂੰ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਇਹ ਸੱਦਾ ਪ੍ਰਵਾਨ ਕਰੋ, ਡੇਟ ਤੇ ਟਾਈਮ ਦੱਸੋ, ਆਪਣੀ ਮੰਗਾਂ ਲਿਖ ਕੇ ਭੇਜੋ। ਕੇਂਦਰ ਸਰਕਾਰ ਤੁਹਾਡੇ ਨਾਲ ਖੜੀ ਹੈ, ਇੱਕ ਇੱਕ ਮੰਗ ਤੁਹਾਡੀ ਪ੍ਰਵਾਨ ਕਰੇਗੀ। ਮਾਹੌਲ ਚੰਗਾ ਹੋਊਗਾ, ਆ ਤਾਂ ਨਹੀਂ ਹੋਊਗਾ ਜਿਹੜਾ ਹੁਣ ਹੋ ਕੇ ਹਟਿਆ। ਦੇਖੋ ਗੱਲ ਇਹ ਹੈ ਕਿ ਇਹ ਤਿੰਨ ਵਿਪਕਸ਼ੀ ਪਾਰਟੀਆਂ ਦੇਖਣ ਬਿਆਨਬਾਜ਼ੀ ਕੀ ਕਰ ਰਹੀਆਂ। ਬੀਜੇਪੀ ਵੱਲੋਂ ਕਦੀ ਵੀ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ, ਕੋਈ ਇਹੋ ਜਿਹਾ ਕਾਰਨ ਨਹੀਂ ਹੋਇਆ। ਇਹ ਸਾਡੇ ਤੇ ਬੇਲੋੜਾ ਔਰ ਬੇਤੁਕਾ ਇਲਜ਼ਾਮ ਹੈ, ਬਿਨਾਂ ਤੱਥਾਂ ਦੇ ਇਲਜ਼ਾਮ ਹੈ। ਜੋਸ਼ੀ ਜੀ ਹੱਥ ਜੋੜ ਕੇ ਫਿਰ ਮੈਂ ਦੁਬਾਰੇ ਬੇਨਤੀ ਕਰਦਾ ਨਾ ਵੀ ਕਿਸਾਨਾਂ ਦਾ ਮਸਲਾ ਵੀ ਹੱਲ ਕਰਾਓ, ਕਿਉਂਕਿ ਜਿੰਨਾ ਚਿਰ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਕੋਈ ਸੌਖਾ ਨਹੀਂ ਰਹਿਣ ਵਾਲਾ। ਤੁਸੀਂ ਵੀ ਪੰਜਾਬੀ ਹੋ, ਤੁਸੀਂ ਵੀ ਪੰਜਾਬੀ ਹੋ, ਪੰਜਾਬੀ ਹੋਣ ਦੇ ਬਾਵਜੂਦ ਤੁਹਾਡੀ ਫਰਜ਼ ਬਣਦਾ ਹੈ ਤਾਂ ਹੱਥ ਮੈਂ ਵੀ ਜੋੜਤੇ ਨੇ, ਮਸਲੇ ਦਾ ਹੱਲ ਹੋਊਗਾ। ਬਈ ਜੇ ਤੋਮਰ ਸਾਹਿਬ ਨੇ ਕਿਹਾ ਹੈ ਟਾਈਮ ਦੱਸੋ, ਡੇਟ ਦੱਸੋ, ਮੰਗਾਂ ਦੁਆਰਾ ਦੱਸੋ, ਅਸੀਂ ਬੈਠਣ ਨੂੰ ਤਿਆਰ ਹਾਂ। ਇਹਦਾ ਮਤਲਬ ਸੋਲਵ ਕਰਨ ਵਾਸਤੇ ਨੇ, ਰਿਜ਼ੋਲਵ ਕਰਨ ਵਾਸਤੇ ਨੇ, ਇਹੀ ਉਹਨਾਂ ਦੀ ਇੱਛਾ ਹੈਗੀ ਹੈ। ਔਰ ਦੁਬਾਰਾ ਕੇਂਦਰ ਸਰਕਾਰ ਵੱਲੋਂ ਮੈਂ ਹੱਥ ਜੋੜ ਕੇ ਝੁੱਕ ਕੇ ਬੇਨਤੀ ਕਰਦਾ ਇਹ ਕੀ ਜਿਹੜਾ ਹੈਗਾ ਇਹ ਸਮਾਂ ਦਿਓ, ਡੇਟ ਦਿਓ, ਗੱਲਬਾਤ ਜਾਰੀ ਰੱਖੋ। ਬਿਲਕੁਲ ਕਹਿ ਸਕਦੇ ਹਾਂ ਕਿ ਇੱਕ ਚੰਗਾ ਮੈਸੇਜ ਨਿਕਲ ਕੇ ਆਵੇ ਹੁਣ ਦੀ ਮੀਟਿੰਗ ਤੋਂ ਬਾਅਦ, ਇਹੀ ਚੀਜ਼ ਨੂੰ ਲੈ ਕੇ ਇੱਕ ਕਿਹਾ ਜਾ ਸਕਦਾ ਹੈ। ਖੈਰ ਗੱਲਾਂ ਬਾਤਾਂ ਜਿੰਨੀਆਂ ਕਰੀਏ, ਜਿੰਨੀ ਬਹਿਸ ਪਸਾਈ ਚ ਪਈਏ, ਉਦੋਂ ਚੰਗਾ ਇਹ ਹੈ ਕਿ ਹੱਲ ਜੇ ਕੋਈ ਨਿਕਲ ਕੇ ਆਵੇ ਤਾਈਓ ਜਾ ਕੇ ਕੋਈ ਹੱਲ ਹੋ ਸਕਦਾ। ਕਿਉਂਕਿ ਲਗਾਤਾਰ ਕਿਸਾਨ ਠੰਡ ਦੇ ਵਿੱਚ ਜਿਵੇਂ 25-26 ਦਿਨ ਹੋ ਗਏ ਨੇ ਬੈਠੇ ਨੇ, ਤਾਂ ਲਗਾਤਾਰ ਕਿਸਾਨ ਇਹ ਗੱਲ ਕਦੇ ਨਹੀਂ ਚਾਹੁੰਦਾ ਹੈਗਾ ਕਿ ਉੱਥੇ ਕਿਸੇ ਤਰ੍ਹਾਂ ਦਾ ਰੋਸ਼ ਹੋਵੇ, ਲੋਕ ਪਰੇਸ਼ਾਨ ਹੋਣ, ਦਿੱਕਤਾਂ ਆਉਣ। ਤਾਈਓ ਕਰਕੇ ਇਹ ਗੱਲ ਹੈ ਕਿ ਪੂਰਾ ਪੰਜਾਬ ਜਾਂ ਪੂਰਾ ਦੇਸ਼ ਅੱਜ ਉੱਠ ਕੇ ਕਿਸਾਨ ਦੇ ਨਾਲ ਖੜਾ ਹੋਇਆ ਤੇ ਲਗਾਤਾਰ ਕੋਸ਼ਿਸ਼ ਇਹੀ ਹੈ ਕਿ ਇਸ ਮਸਲੇ ਦਾ ਹੱਲ ਨਿਕਲੇ। ਹੱਥ ਜੋੜੇ ਨੇ ਜੋਸ਼ੀ ਜੀ ਨੇ ਕਿ ਆਖਰਕਾਰ ਕਿਸਾਨ ਉੱਥੇ ਆਉਣ, ਤਾਂ ਹੱਥ ਅਸੀਂ ਵੀ ਜੋੜੇ ਨੇ ਕਿ ਇਸ ਹੱਥ ਜੋੜਨ ਨਾਲ ਜੇ ਕੋਈ ਮਸਲਾ ਹੱਲ ਹੁੰਦਾ ਹੈ ਤਾਂ ਹਰ ਕੋਈ ਇਸ ਗੱਲ ਨੂੰ ਤਿਆਰ ਹੈ। ਕਿਉਂਕਿ ਪੰਜਾਬੀ ਜਾਂ ਦੇਸ਼ ਦੇ ਲੋਕ ਕਦੇ ਵੀ ਸਰਕਾਰਾਂ ਨੂੰ ਡੰਡੇ ਨਾਲ ਨਹੀਂ ਬਲਕਿ ਰਿਕੁਐਸਟ ਤੇ ਆਪਦੇ ਜਮਹੂਰੀ ਹੱਕਾਂ ਨੂੰ ਅੱਗੇ ਰੱਖਦੇ ਹੋਏ ਜਿੱਤਣਾ ਚਾਹੁੰਦੇ ਨੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।